जिन्ने भी वरतारे हो रहे ने, बिजली बोर्ड नूं तोड़ना, मंडी बोर्ड नूं तोड़ना, ना देना, ये सबसिडियां वापस लेना, ट्रैक्टरां दे टैक्स, तेल ते टैक्स, डीजल ते टैक्स, सारा कुछ जो भी हो रहा है, ये सारा कुछ जुड़दा काहदे नाल है? जमीनां खोण नाल। वाहिगुरू जी का खालसा वाहिगुरू जी की फतेह। गुरप्यारे दोस्तों, बाखूबी जानते हो कि केंद्र सरकार वालों नवे ऑर्ਡੀਨੈਂਸ नवे कानून पास किए जाते हैं। कभी पेट्रोल डीजल ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਨੇ, कभी नवे ब्याज लाए जाते हैं, टैक्स लाए जाते हैं। ਤੇ ਇਸ ਦੇ ਪਿੱਛੇ ਦੀ ਸਿਰਫ ਤੇ ਸਿਰਫ ਇੱਕ ਮਨਸ਼ਾ ਹੈ ਕਿ ਕਿੱਦਾਂ ਚੱਪਾ ਚੱਪਾ ਪੰਜਾਬ ਦਾ ਜਾਂ ਭਾਰਤ ਦੇ ਕਿਸਾਨਾਂ ਦਾ ਉਹ ਹਥਿਆ ਲੈਣ, ਕਿੱਦਾਂ ਕਿਸਾਨਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਉਹ ਤੁਰਦਾ ਕਰ ਦੇਣ, ਕਿੱਦਾਂ ਆਪਣੇ ਆਪ ਨੂੰ ਅੱਜ ਜੋ ਜ਼ਮੀਂਦਾਰ ਅਖਵਾਉਂਦੇ ਨੇ, ਲੰਬੜਦਾਰ ਅਖਵਾਉਂਦੇ ਨੇ, ਉਹਨਾਂ ਦੀਆਂ ਲੰਬੜਦਾਰੀਆਂ ਮੁਕਾਈਆਂ ਜਾਣ, ਜ਼ਿੰਮੇਦਾਰੀਆਂ ਖਤਮ ਕੀਤੀਆਂ ਜਾਣ ਤੇ ਉਹਨਾਂ ਨੂੰ ਵੀ ਹੱਥ ਦੇ ਵਿੱਚ ਇੱਕ ਠੂਠਾ ਫੜਾ ਦਿੱਤਾ ਜਾਵੇ ਤਾਂ ਜੋ ਹਰ ਚੀਜ਼ ਉਹ ਸਰਕਾਰ ਤੋਂ ਮੰਗ ਕੇ ਖਾਣੀ ਸ਼ੁਰੂ ਕਰਨ। ਅਗਰ ਤੁਹਾਨੂੰ ਇਹ ਗੱਲਾਂ ਸੁਣ ਕੇ ਯਕੀਨ ਨਹੀਂ ਹੁੰਦਾ ਕਿ ਆਖਿਰ ਸਰਕਾਰਾਂ ਅਜਿਹੀਆਂ ਘਟੀਆਂ ਤੇ ਕੋਝੀਆਂ ਚਾਲਾਂ ਕਿੱਦਾਂ ਚੱਲ ਸਕਦੀਆਂ ਨੇ, ਤਾਂ ਫਿਰ ਇਸ ਕਿਸਾਨ ਵੀਰ ਦੀ ਜ਼ੁਬਾਨੀ ਸੁਣੋ ਤੁਸੀਂ, ਜੋ ਬਿਆਨ ਕਰ ਰਿਹਾ ਹੈ ਕਿ ਬਾਪੂ ਨੇ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਕੀਤਾ ਆਪਣੀ ਜ਼ਮੀਨ ਬਚਾਉਣ ਵਾਸਤੇ ਤੇ ਅੱਜ ਉਹਨਾਂ ਦੀ ਔਲਾਦ ਉਸੇ ਲਕਸ਼ ਕਦਮ ਤੇ ਤੁਰ ਰਹੀ ਹੈ। ਪਰ ਸਰਕਾਰਾਂ ਬਾਦਸਤੂਰ ਆਪਣਾ ਟੀਚਾ ਮਿੱਥੀਆਂ ਹੋਈਆਂ ਨੇ ਕਿ ਕਿੱਦਾਂ ਉਹਨਾਂ ਨੇ ਕਿਸਾਨਾਂ ਦੀ ਜ਼ਮੀਨ ਹਥਿਆ ਕੇ ਹੀ ਛੱਡਣੀ ਹੈ। ਨਾ ਹੁੰਦਾ ਜੇ ਜ਼ਮੀਨ ਜਦੋਂ ਵਿਕਦੀ ਹੈ ਨਾ, ਵੱਟ ਅਗਾ ਹੁੰਦੀ, ਦਰਦ ਬੜਾ ਹੁੰਦਾ ਜੇ ਤੇ ਸਾਰਿਆਂ ਨੂੰ ਹੁੰਦਾ। ਜਿੰਨਾ ਦਰਦ ਮੈਂ ਮਹਿਸੂਸ ਕੀਤਾ ਨਾ ਆਪਦੀ ਮਾਂ ਦੇ ਅੱਖਾਂ 'ਚ, ਉਹਨਾਂ ਹੁੰਦਾ ਹਰ ਇੱਕ ਨੂੰ। ਜਿੱਦਣ ਮੇਰਾ ਪਿਓ ਨੇ ਚੜ੍ਹਾਈ ਕੀਤੀ ਏ, ਸਾਡੀ ਇੱਕ ਮਰਲਾ ਵੀ ਜ਼ਮੀਨ ਜਿਹੜੀ ਗਹਿਣੇ ਨਹੀਂ ਸੀ ਹੈਗੀ, ਪਰ ਸਾਡੇ ਪੱਲੇ ਵੀ ਕੱਖ ਨਹੀਂ ਸੀ। ਨਾ ਕੋਈ ਸਾਡਾ ਚੱਜ ਦਾ ਘਰ ਸੀ, ਨਾ ਕੋਈ ਸਾਡੇ ਕੋਲ ਟਰੈਕਟਰ ਸੀ, ਨਾ ਕੋਈ ਮੋਟਰਸਾਈਕਲ ਸੀ, ਨਾ ਕੋਈ ਕਾਰ ਸੀ, ਨਾ ਕੋਈ ਸਿਲੰਡਰ ਸੀ, ਨਾ ਕੋਈ ਟੀਵੀ ਸੀ, ਨਾ ਕੋਈ ਅਸੀਂ ਕੱਖ ਨਹੀਂ ਸੀਗਾ ਸਾਡੇ ਕੋਲ। ਮੇਰੇ ਪਿਓ ਨੇ ਵੀ ਇਹ ਕੋਸ਼ਿਸ਼ ਕੀਤੀ ਵੀ ਮੇਰੇ ਪੁੱਤਰਾਂ ਦੀ ਜ਼ਮੀਨ ਨਾ ਕਿਤੇ ਚਲੀ ਜਾਵੇ, ਕਿਉਂਕਿ ਉਹ ਸੀਪੀਆਈ 'ਚ ਕੰਮ ਕਰਦੇ ਸੀ, ਉਹਨਾਂ ਦਾ ਕੰਮ ਕਰਨ ਦਾ ਢੰਗ ਆਪਦਾ ਸੀ, ਉਹਨਾਂ ਦੀ ਸੋਚ ਆਪਦੀ ਤੱਕ ਸੀ, ਉੱਥੋਂ ਤੱਕ ਸੀ। ਸੋ ਉਹਨਾਂ ਨੇ ਕਰਜ਼ਾ ਲਿਆ ਹੀ ਨਹੀਂ ਵੀ ਜ਼ਮੀਨ ਨਾ ਕਿਤੇ ਚਲੀ ਜਾਵੇ। ਕਰਜ਼ਾ ਲਏ ਤੋਂ ਬਿਨਾ ਸਾਡੇ ਪੱਲੇ ਵੀ ਕੱਖ ਨਹੀਂ ਸੀਗਾ। ਮੇਰਾ ਪਿਓ ਜਦੋਂ ਕੋਈ ਜਾਂਦਾ ਸੀ, ਉਹਨੂੰ ਮਿਲ ਜਾਂਦਾ ਸੀ, ਮਜੇ ਪਤਾ ਮੈਨੂੰ ਪਾਰਟੀ ਬਣਾਉਣ ਹੁੰਦੀ ਸੀ ਕਈ ਵਾਰਾਂ। ਜਦੋਂ ਕਿਸੇ ਕਹਿਣਾ, ਅਸੀਂ ਘਰੋਂ ਕਹਿਣਾ ਵੀ ਬਾਪੂ ਕੀ ਕਰਦੇ ਹੋ, ਕਹਿੰਦਾ ਜੋ ਹਕੀਕਤ ਹੈ ਉਹੀ ਲੋਕਾਂ ਸਾਹਮਣੇ ਰੱਖੋ, ਆਪਣੀ ਹਕੀਕਤ ਇਹੀ ਹੈ ਵੀ ਬਣਾਉਣ ਵੀ ਨਵੀਂ ਲਿਆਉਣ ਜੋਗਾ ਸਾਡੇ ਕੋਲ ਕੋਈ ਨਹੀਂਗਾ ਕਰਜ਼ਾ ਲੈ। ਚਲੋ ਗੱਲ ਮੈਂ ਅਗਲੀ ਇਹ ਕਰਨ ਲੱਗਾ ਕਿ ਜਿੰਨੀਆਂ ਵੀ ਆਪਾਂ ਗੱਲਾਂ ਕਰਨੇ ਆ, ਸਾਰੀਆਂ ਗੱਲਾਂ ਜਿਹੜੀਆਂ ਗੁਰਮੀਤ ਨੇ ਕੀਤੀਆਂ ਨੇ, ਗਿਆਨੀ ਸੁਖਦੇਵ ਸਿੰਘ ਨੇ ਕੀਤੀਆਂ, ਇੱਕੇ ਜਗ੍ਹਾ ਤੇ ਜਾ ਕੇ ਖਲੋ ਜਾਣੀਆਂ ਜੇ। ਇੱਕੇ ਜਗ੍ਹਾ ਤੇ ਕਿੱਥੇ ਖਲੋ ਜਾਣੀਆਂ ਜੇ? ਜ਼ਮੀਨਾਂ ਗਵਾਉਣ ਤੇ। ਇਹ ਜ਼ਮੀਨਾਂ ਖੋਣ ਵਾਲਾ ਜਿੰਨੇ ਵੀ ਵਰਤਾਰੇ ਹੋ ਰਹੇ ਨੇ, ਬਿਜਲੀ ਬੋਰਡ ਨੂੰ ਤੋੜਨਾ, ਮੰਡੀ ਬੋਰਡ ਨੂੰ ਤੋੜਨਾ, ਨਾ ਦੇਣਾ, ਇਹ ਸਬਸਿਡੀਆਂ ਵਾਪਸ ਲੈਣਾ, ਟਰੈਕਟਰਾਂ ਦੇ ਟੈਕਸ, ਤੇਲ ਤੇ ਟੈਕਸ, ਡੀਜ਼ਲ ਤੇ ਟੈਕਸ, ਸਾਰਾ ਕੁਝ ਜੋ ਵੀ ਹੋ ਰਿਹਾ ਹੈ, ਇਹ ਸਾਰਾ ਕੁਝ ਜੁੜਦਾ ਕਾਹਦੇ ਨਾਲ ਹੈ? ਜ਼ਮੀਨਾਂ ਖੋਣ ਨਾਲ। ਮਤਲਬ ਕਿ ਇੱਕ ਕਾਰਜ ਵਾਸਤੇ ਇਹ ਸਾਰੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਜਿਵੇਂ ਅਸੀਂ ਇੱਕ ਵੋਟ ਪਾਉਣੇ ਆ ਨਾ, ਸਰਪੰਚ ਇੱਕ ਹੀ ਚੁਣਨਾ ਹੁੰਦਾ ਹੈ, ਐਮਐਲਏ ਇੱਕ ਹੀ ਚੁਣਨਾ ਹੁੰਦਾ ਹੈ, ਪਰ ਵੋਟ ਇੱਕ ਵੋਟ ਕਰਕੇ ਤੁਸੀਂ ਐਮਐਲਏ ਆਪਦਾ ਐਮਪੀ ਚੁਣਦੇ। ਅਸੀਂ ਤਾਂ ਕਦੇ ਪਾਈ ਨਹੀਂ ਗਈ। ਇਸ ਵਾਰੀ ਗਲਤੀ ਹੋਈ ਹੈ, ਸਰਪੰਚੀ ਦੀ ਵੋਟ ਪਾਈ ਹੈ, ਉਹ ਵੀ ਕੰਨਾਂ ਨੂੰ ਹੱਥ ਲਾਤੇ ਨੇ, ਅਗਾਂ ਨੂੰ ਨਹੀਂ ਪਾਉਣੀ। ਜ਼ਿੰਦਗੀ ਜਿੱਕਰਾਂ ਸਰਪੰਚੀ ਦੀ ਵੋਟ ਪਾਈ, ਅਗਾਂ ਤੋਂ ਨਹੀਂ ਪਾਉਣੀ, ਜਿਹੜਾ ਮਰਜ਼ੀ ਆ ਜਾਏ। ਇਹਨਾਂ ਦਾ ਵੀ ਇਹੀ ਤਰੀਕਾ ਹੈ, ਇੱਕ ਨਿੱਕਾ ਕਾਰਜ ਕਰਕੇ ਵਾਅਦੇ ਕਿੱਧਰ ਪਏ ਨੇ? ਵਾਅਦੇ ਨੇ ਸਾਡੀਆਂ ਜ਼ਮੀਨਾਂ। ਸੋ ਬੇਨਤੀ ਇਹ ਆ ਕਿ ਹੁਣ ਜ਼ਮੀਨਾਂ ਬਚਾਉਣੀਆਂ ਕਿੰਨੇ ਨੇ? ਵੇਖੋ, ਇਸ ਗੱਲ 'ਚ ਕੋਈ ਦੋ ਰਹਿਵਾਂ ਨਹੀਂ ਹੈਗੀਆਂ ਜੇ ਕਿ ਜ਼ਮੀਨਾਂ ਬਚਾਉਣੀਆਂ ਤੁਹਾਡੇ ਵਰਗੇ ਲੋਕਾਂ ਨੇ, ਗਿਆਨੀ ਸੁਖਦੇਵ ਸਿੰਘ ਵਰਗੇ ਲੋਕਾਂ ਨੇ। ਮੈਂ ਹਜ਼ਾਰ ਵਾਰ ਗੱਲ ਕਹੀ ਵੀ ਇੱਥੇ ਤਿੰਨ ਕਿਸਮ ਦੇ ਲੋਕ ਨੇ। ਇੱਕ ਉਹ ਨੇ ਜਿਨ੍ਹਾਂ ਨੇ ਕਾਰਜ ਕਰਨਾ, ਜਿਨ੍ਹਾਂ ਨੇ ਜ਼ਮੀਨਾਂ ਬਚਾਉਣ। ਤੁਹਾਨੂੰ ਜਿਆਦਾ ਧੁੱਪ ਲੱਗਦੀ ਏ? ਪਾਣੀ ਇਹਨਾਂ ਨੂੰ ਤਰੇ ਨਹੀਂ ਲੱਗੀ ਇਹਨਾਂ ਨੂੰ, ਤੁਸੀਂ ਅਜੇ ਹੁਣ ਤਾਂ ਪੀ ਕੇ ਆਏ ਜੇ। ਸੋ ਗੱਲ ਇਹ ਆ ਕਿ ਜ਼ਮੀਨਾਂ ਬਚਾਉਣੀਆਂ ਕਿੰਨੇ ਨੇ? ਇੱਕ ਉਹਨੇ ਜਿਹੜੇ ਜ਼ਮੀਨਾਂ ਬਚਾਉਣ ਵੱਲ ਵਧਣਗੇ, ਲੜਨਗੇ, ਮਰਨਗੇ, ਮਾਰਨਗੇ ਵੀ। ਇੱਕ ਸਮਾਂ ਆਵੇਗਾ, ਤੁਸੀਂ ਜਿਹੜੇ ਲੋਕ ਜੇ, ਤੁਹਾਨੂੰ ਜ਼ਮੀਨਾਂ ਬਚਾਉਣ ਲਈ ਮਰਨਾ ਤੇ ਮਾਰਨਾ ਪੈਣਾ ਜੇ। ਇਹ ਗੱਲ ਨੋਟ ਕਰ ਲਓ। ਸਦਾ ਇੱਥੇ ਗੱਲ ਨਹੀਂ ਜੇ ਰਹਿਣੀ। ਝੰਡੇ ਚੁੱਕੇ ਤੇ 15 20 30 ਜਣੇ ਆਏ, ਪੰਪ ਤੇ ਵਿਰੋਧ ਕਰਕੇ ਚਲੇ ਗਏ। ਝੰਡੇ ਫੜੇ 100 200 ਡੀਸੀ ਦਫ਼ਤਰ ਨੂੰ ਘੇਰਿਆ ਤੇ ਚਲੇ ਗਏ। ਇਹ ਗੱਲ ਇੱਥੇ ਨਹੀਂ ਜੇ ਰੁਕਣੀ। ਜਿਵੇਂ ਜਿਵੇਂ ਲੜਾਈ ਵਧੇਗੀ, ਉਹਨਾਂ ਨੂੰ ਤੁਹਾਡੀ ਲੜਾਈ ਤੋਂ ਖਤਰਾ ਵਧੇਗਾ। ਐਵੇਂ ਹੀ ਹੋਣਾ ਜੇ।
ਉਦੋਂ ਛਾਨਣਾ ਵੱਜ ਕੇ ਉਹ ਹੀ ਰਹਿਣਗੇ ਜਿਹੜੇ ਮਰਨ ਤੇ ਮਾਰਨ ਲਈ ਤਿਆਰ ਹੋਣਗੇ ਤੇ ਉਦੋਂ ਸਾਨੂੰ ਉਹੋ ਜਿਹੀ ਲੜਾਈ ਲੜਨੀ ਪੈਗੀ ਜਿੰਦੇ 'ਚ ਦੁਸ਼ਮਣ ਬਣਾ ਕੇ ਵਰਤਾਂਗੇ ਇਹਨਾਂ ਸਾਰਿਆਂ ਨੂੰ, ਇਹਨਾਂ ਨੂੰ ਮਾਰਾਂਗੇ ਤੇ ਸਾਨੂੰ ਵੀ ਇਹਨਾਂ ਹੱਥੋਂ ਮਰਨਾ ਪਵੇਗਾ ਕਿਉਂਕਿ ਲੜਾਈ ਤਾਂ ਦੋਵੇਂ ਧਿਰਾਂ ਮਰਦੀਆਂ ਨੇ ਨਾ। ਸੋ ਇੱਕ ਧਿਰ ਹੋਏ ਜਿਹਨੇ ਮਰਨਾ ਤੇ ਮਾਰਨਾ ਤੇ ਜ਼ਮੀਨ ਦੀ ਰਾਖੀ ਕਰਨੀ ਹੈ, ਇੱਕ ਧਿਰ ਹੋਏ ਜਿਹਨੇ ਚੁੱਪ ਕਰਕੇ ਤੁਹਾਡੀ ਲੜਾਈ ਨੂੰ ਵੇਖੀ ਜਾਣਾ ਹੈ। ਉਹਨੇ ਕਰਨਾ ਕੁਛ ਨਹੀਂ, ਉਹਨੇ ਤੁਹਾਡੀ ਲੜਾਈ ਨੂੰ ਠੀਕ ਸਮਝਣਾ ਹੈ, ਪਰ ਉਹਨੇ ਲੜਾਈ ਦੇ ਮੈਦਾਨ 'ਚ ਨਹੀਂ ਆਉਣਾ ਕਿਉਂਕਿ ਡਰਦੇ ਨੇ। ਉਹ ਮਰਨ ਤੋਂ ਵੀ ਡਰਦੇ ਨੇ, ਉਹ ਮਾਰਨ ਤੋਂ ਵੀ ਡਰਦੇ ਨੇ। ਉਹਨਾਂ ਚੁੱਪ ਕਰਕੇ ਉਸ ਲੜਾਈ ਨੂੰ ਦੂਰੋਂ ਵੇਖੀ ਜਾਣਾ। ਜੇ ਉਹਦਾ ਨੁਕਸਾਨ ਹੋਇਆ ਤਾਂ ਉਹਨਾਂ ਪਿਛਾਂ ਹਟ ਜਾਣਾ, ਨੁਕਸਾਨ ਤੁਹਾਨੂੰ ਝੱਲਣਾ ਪੈਣਾ। ਜੇ ਉਹਦਾ ਫਾਇਦਾ ਹੋਇਆ ਤਾਂ ਭੱਜ ਕੇ ਅੱਗੇ ਆਉਣਗੇ, ਉਹ ਫਾਇਦਾ ਲੈਣਗੇ ਉਸ ਲੜਾਈ ਦਾ ਤੁਹਾਡੇ ਨਾਲੋਂ ਵੀ ਸਾਰੇ। ਤੀਜੀ ਧਿਰ ਹੋਏ ਜਿਨੇ ਤੁਹਾਨੂੰ ਲੜਨ ਤੋਂ ਰੋਕਣਾ ਹੈ, ਜਿਨੇ ਤੁਹਾਡੀਆਂ ਲੱਤਾਂ ਖਿੱਚਣੀਆਂ ਨੇ। ਮਾਫ ਕਰਨਾ, ਉਸ ਧਿਰ 'ਚ ਕੌਣ ਨੇ? ਉਸ ਧਿਰ 'ਚ ਸਾਰਿਆਂ ਤੋਂ ਪਹਿਲਾਂ ਸ਼ਾਮਲ ਹੋਣਾ ਜੇ ਸਾਡੇ ਪਿੰਡਾਂ ਦੇ ਟਟਪੂੰਜੇ ਲੀਡਰਾਂ ਨੇ। ਮੈਂ ਕਹਿੰਦਾ ਸਾਡੇ ਸਭ ਤੋਂ, ਮੈਨੂੰ ਇਹ ਗੱਲ ਕਹਿਣ 'ਚ ਕੋਈ ਸ਼ਰਮ ਨਹੀਂ, ਹਾਲ ਦੀ ਘੜੀ ਜਿਹੜਾ ਸਾਡੇ ਨਾਲ ਦੁਸ਼ਮਣੀ ਕਰ ਰਹੇ ਨਾ, ਸਾਡੇ ਪਿੰਡਾਂ ਦੇ ਟਟਪੂੰਜੇ ਲੀਡਰ ਕਰ ਰਹੇ ਜੇ, ਜਿਨ੍ਹਾਂ ਦੇ ਵਿੱਚ ਸਾਰੇ ਉਹ ਲੋਕ ਆਉਂਦੇ ਨੇ। ਕੋਈ ਗੁੱਸਾ ਨਾ ਕਰੇ, ਕੋਈ ਆ ਲਾਈਵ ਸੁਣਨ ਵਾਲਾ ਵੀਰ ਨਾ ਗੁੱਸਾ ਕਰੇ ਕਿ ਜਿਹੜੇ ਸਮੇਂ-ਸਮੇਂ ਤੇ ਸਰਪੰਚ ਖਲੋਂਦੇ ਨੇ, ਨੰਬਰਦਾਰੀਆਂ ਲਈ ਲੜਦੇ ਨੇ, ਮੈਂਬਰੀਆਂ ਲਈ ਲੜਦੇ ਨੇ, ਚੌਧਰਾਂ ਲਈ ਲੜਦੇ ਨੇ, ਕਾਲੀਆਂ ਦੇ ਆਇਆ ਬਰਫੀਆਂ ਵੰਡਦੇ ਨੇ, ਕਾਂਗਰਸੀਆਂ ਆਇਆਂ ਨੂੰ ਸਿੱਕਿਆਂ ਨਾਲ ਲੱਡੂਆਂ ਨਾਲ ਤੋਲਦੇ ਨੇ। ਇਹ ਸਾਰੇ ਟਟਪੂੰਜੇ ਲੀਡਰ ਜੇ ਤੇ ਸਾਰਿਆਂ ਨੇ ਇਹਨਾਂ ਨੇ ਸਾਡੀਆਂ ਖਿੱਚਣੀਆਂ ਲੱਤਾਂ। ਕਿਉਂ? ਉਹੀ ਗੱਲ ਫਿਰ, ਕਿਉਂਕਿ ਉਹਨਾਂ ਨੂੰ ਅਕਲ ਨਹੀਂ ਨਾ ਹੈਗੀ। ਹੁਣ ਕੋਈ ਕਿਸੇ ਪਿੰਡ ਦਾ ਸਰਪੰਚ ਹੋਵੇ, ਉਹ 15 ਵਾਰਾ ਸਰਪੰਚ ਬਣਿਆ ਹੋਵੇ, ਉਹ 20 ਵਾਰਾ ਸਰਪੰਚ ਬਣਿਆ ਹੋਵੇ, 20 5 100 ਦਾ ਸੱਚ ਬੰਨਾ ਹੀ ਨਹੀਂਗਾ। 53 ਤੋਂ ਬਾਅਦ ਕਿੰਨਾ ਕੁ ਬੰਨਾ ਸਿਰ 72 73 ਸਾਲ ਸਾਰੀ ਹੈ। ਸੋ ਜਦੋਂ ਤੋਂ ਪੰਚਾਇਤਾਂ ਬਣੀਆਂ ਉਦੋਂ ਤੋਂ ਲੈ ਕੇ ਸਰਪੰਚ ਰਿਹਾ ਹੋਵੇ, ਮੈਂ ਵਾਅਦੇ ਨਾਲ ਕਹਿਣਾ ਗਿਆਨੀ ਸੁਖਦੇਵ ਸਿੰਘ ਜਿੰਨੀ ਅਕਲ ਉਹਨੂੰ ਕਦੇ ਹੋ ਹੀ ਨਹੀਂ ਸਕਦੀ। ਕਿਉਂ? ਕਿਉਂਕਿ ਉਹਨਾਂ ਦਾ ਦਿਮਾਗ ਕਦੇ ਖੁੱਲਣ ਵਾਲੇ ਪਾਸੇ ਆਇਆ ਹੀ ਨਹੀਂ ਨਾ। ਉਹਨਾਂ ਦਾ ਕੰਮ ਕੀ ਹੈ? ਉਹਨਾਂ ਦਾ ਕੰਮ ਹੈ ਨੋਨੀ ਮਾਨ ਆ ਗਿਆ, ਲੈ ਆਓ ਲੱਡੂ, ਦੇ ਦਿਓ ਆਵਾਜ਼, ਚੁੱਕ ਲਓ ਝੰਡੇ। ਨੋਨੀ ਮਾਨ ਦੀ ਆ ਗਿਆ, ਰਾਣਾ ਸੋਢੀ ਆ ਗਿਆ, ਕੋ ਠੱਗ ਜਾ ਜਿੰਦੂ ਵਰਗਾ ਆ ਗਿਆ, ਕੋ ਠੱਗ ਜਾ ਦੂਜਾ ਜਿਹੜਾ ਗਹਿਰੀ ਵਰਗਾ। ਸੋ ਨਾ ਉਹ ਵਲੇ ਹੋਏ ਨੇ ਉੱਥੇ। ਮੈਨੂੰ ਲੱਗਦਾ ਵੀ ਇਹਨਾਂ ਸਾਰਿਆਂ ਨਾਲ ਪਹਿਲਾਂ, ਜਿੱਦਣ ਸਾਡੀ ਲੜਾਈ ਉਸ ਪੱਧਰ ਤੇ ਆਈ, ਸਾਰਿਆਂ ਨਾਲ ਪਹਿਲਾਂ ਇਹਨਾਂ ਨਾਲ ਲੜਨਾ ਪੈਣਾ ਕਿਉਂਕਿ ਸਾਡੇ ਆਪਦੇ ਵਿੱਚ ਬੈਠੇ ਨੇ ਨਾ। ਇਹ ਜਸੂਸ ਦਾ ਕੰਮ ਵੀ ਕਰਦੇ ਨੇ, ਇਹ ਮਾਫੀਖੋਰਾਂ ਦਾ ਕੰਮ ਵੀ ਕਰਦੇ ਨੇ, ਇਹ ਗਦਾਰੀ ਦਾ ਕੰਮ ਵੀ, ਇਹ ਸਾਰਾ ਕੁਝ ਕਰਦੀ ਏ ਸਾਡੀ ਉਹ ਨਸਲ ਜਿਹਨੂੰ ਪਿਛਲੀ ਵਾਰੀ ਅਸੀਂ ਵੀ ਵੋਟਾਂ ਪਾਈਆਂ ਸਾਰਿਆਂ ਨੇ। ਸਰਪੰਚਾਂ ਬਣਾਉਣੇ ਆ ਅਸੀਂ, ਇਹਨਾਂ ਨੂੰ ਨੰਬਰਦਾਰ ਮੈਂਬਰ ਬਣਾਉਣੇ ਆ। ਸੋ ਇਹ ਤੇਰੇ ਜਿੰਨੇ ਤੁਹਾਡੀ ਲੱਤ ਖਿੱਚਣੀ ਏ, ਹਾਲ ਦੀ ਘੜੀ ਉਹ ਸਾਡੇ ਅੱਖੋਂ ਪਰੋਖੇ ਨੇ। ਸੋ ਇਹ ਸਾਡੀਆਂ ਧਿਰਾਂ ਨੇ। ਹੁਣ ਤੁਸੀਂ ਸ਼ਾਮਲ ਹੋਣਾ ਲੜਨ ਵਾਲਿਆਂ 'ਚ। ਜਦੋਂ ਵੀ ਕਿਤੇ ਲੈਣ ਲੱਗਦੀ ਏ, ਲੈਣਾ ਲੱਗਦੀਆਂ ਨੇ ਨਾ ਕਿ ਆਹ ਭਾਈ ਲੰਗਿਆਂ ਲੂਲਿਆਂ ਦੀ ਲੈਣ ਏ, ਜਿਨ੍ਹਾਂ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ। ਆਹ ਭਾਈ ਲੈਣ ਉਹ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੈਗੀਆਂ। ਏਅਰਪੋਰਟ ਤੇ ਜਾਣੇ ਲੈਣ ਲੱਗਦੀ, ਆਹ ਜਨਾਨੀਆਂ ਦੀ ਲੈਣ ਏ, ਆਹ 80 ਸਾਲ ਤੋਂ ਉੱਪਰ ਵਾਲਿਆਂ ਦੀ ਲੈਣ ਏ, ਆਹ ਨੌਜਵਾਨਾਂ ਦੀ ਲੈਣ ਏ। ਕਿਹੜਾ ਨੌਜਵਾਨ ਹੈ ਜਿਹੜਾ 80 ਸਾਲ ਵਾਲਿਆਂ ਦੀ ਲਾਈਨ 'ਚ ਲੱਗ ਜਾਏਗਾ? ਕੋਈ ਲੱਗੇਗਾ? ਕਿਹੜਾ ਚੰਗਾ ਭਲਾ ਬੰਦਾ ਏ ਜਿਹੜਾ ਲੰਗਿਆਂ ਲੂਲਿਆਂ ਦੀ ਲਾਈਨ 'ਚ ਲੱਗ ਜਾਏਗਾ? ਕੋਈ ਲੱਗੇਗਾ ਤੁਹਾਡੇ 'ਚੋਂ? ਨਹੀਂ, ਕਿਉਂਕਿ ਅਸੀਂ ਸਮਝ ਰਹੇ ਨਾ ਅਸੀਂ ਯਾਰ ਚੰਗੇ ਭਲੇ ਹਾਂ, ਨੌਜਵਾਨ, ਅਸੀਂ ਕਿਉਂ ਲੱਗੀਏ 80 ਸਾਲਾਂ ਵਾਲੀ 'ਚ। ਸੋ ਇਹ ਗੱਲ ਏ, ਹੁਣ ਤੁਸੀਂ ਚੁਣਨਾ ਵੀ ਤੁਸੀਂ ਲੱਤਾਂ ਖਿੱਚਣ ਵਾਲਿਆਂ ਦੀ ਲਾਈਨ 'ਚ ਖੜੇ ਹੋਣਾ, ਵੇਲੜਾਂ ਦੀ ਖਲੋ ਕੇ ਵੇਖਣ ਵਾਲਿਆਂ ਦੀ ਲਾਈਨ 'ਚ ਖੜੇ ਹੋਣਾ ਕਿ ਲੜਨ ਵਾਲਿਆਂ ਦੀ। ਸੋ ਲੜਨ ਵਾਲਿਆਂ ਦੀ ਲਾਈਨ 'ਚ ਤੁਹਾਡੇ 'ਚੋਂ ਥੋੜੇ ਘੱਟ ਖੜੇ ਹੋਣਗੇ, ਪਰ ਲੋੜ ਵੀ ਓਨਿਆਂ ਦੀ ਹੈ, ਉਹਨੇ ਹੀ ਲੜ ਕੇ ਜਿੱਤ ਜਾਣਗੇ। ਜਿਹੜੇ ਲੱਤਾਂ ਖਿੱਚਣ ਵਾਲੇ ਨੇ ਉਹ ਲੋਕ ਹਿੱਤਾਂ ਨੂੰ ਪਰਨਾਏ ਨਹੀਂ ਹੋਏ, ਉਹ ਘਰ ਵਾਸਤੇ ਨੇ। ਫੋਕੀ ਚੌਧਰ, ਗੰਦਾ ਦਿਮਾਗ, ਗੰਦੀ ਸੋਚ ਲਈ ਸਾਡੇ ਤੋਂ ਹਾਰ ਜਾਣਾ। ਜਿਹੜੇ ਖੜ ਕੇ ਵੇਖਣ ਵਾਲੇ ਦੀ ਉਹਨਾਂ ਦੀ ਸਾਨੂੰ ਕੋਈ ਖਾਸ ਲੋੜ ਹੀ ਨਹੀਂ ਹੈਗੀ। ਉਹਨਾਂ 'ਚੋਂ ਬਾਹਲੇ ਜਿਹੜੇ ਨੇ ਸਾਡੇ ਨਾਲ ਆ ਜਾਣਗੇ, ਬਾਕੀਆਂ ਦਾ ਸਾਨੂੰ ਕੋਈ ਫਿਕਰ ਨਹੀਂ। ਸੋ ਉਸ ਟਾਈਮ ਤੇ ਜਦੋਂ ਤੁਸੀਂ ਸਾਰਿਆਂ ਨੇ ਆਪਦੀ ਲਾਈਨ ਚੁਣ ਲਈ, ਉਹ ਸਾਡੀ ਲੜਾਈ ਨੂੰ ਜਿਹੜਾ ਫਾਈਨਲ ਅਸੀਂ ਲੜਨਾ ਸ਼ੁਰੂ ਕਰ ਦਿੱਤਾ। ਅੱਜ ਹੁਣ ਜਿਹੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ, ਅੱਜ ਸਾਡਾ ਇਹ ਆ ਨਾਰਾ ਕਿ ਕੀਮਤਾਂ ਘੱਟ ਕੀਤੀਆਂ ਜਾਣ। ਗੁਰਮੀਤ ਨੇ ਤੁਹਾਨੂੰ ਦੱਸਤਾ ਹੈ ਵੀ ਇਹ ਅੱਜ ਜਿਹੜਾ ਹੈ 15-16 ਰੁਪਏ ਉਹਨਾਂ ਨੂੰ ਸਾਰਾ ਸਾਫ਼ ਕਰਕੇ ਟੈਕਸ ਟੂਕਸ ਉੱਥੋਂ ਲਿਆਉਣ ਦਾ, ਕਿਰਾਇਆ ਜਹਾਜ਼ ਦਾ ਸਾਰਾ ਕਰਕੇ ਪੈਂਦਾ। ਪਰ ਅੱਜ ਇਸ ਰੇਟ ਤੇ ਪਹੁੰਚਿਆ ਭਲਾ ਕਿਉਂ? ਅੱਜ ਜਿਹੜੇ ਕਾਂਗਰਸੀ ਨੇ ਨਾ, ਇਹ ਝੰਡੇ ਜੇ ਲੈ ਕੇ ਉੱਥੇ ਪੁਤਲਾ ਸਾੜਦੇ ਪਏ ਨੇ, ਇੱਥੇ ਪੁਤਲਾ ਸਾੜਦੇ ਨੇ। ਜਿਹੜੇ ਪਿੰਡਾਂ 'ਚੋਂ ਸਾਡੇ ਜਾਂਦੇ ਨੇ ਨਾ ਪੁਤਲਾ ਸਾੜਨ, ਇਹਦਾ ਵਾਕਈ ਮੂਰਖ ਨੇ, ਇਹਨਾਂ ਨੂੰ ਅਕਲ ਹੈ ਹੀ ਨਹੀਂ, ਬੁੱਧੂ ਨੇ। ਜਿਵੇਂ ਹੱਦੋਂ ਵੱਧ ਵੀ ਕਹਿ ਦਿਆਂ ਖੋਤੇ ਹੈਗੇ ਨੇ, ਇਹਨਾਂ ਦਾ ਦਿਮਾਗ ਹੀ ਨਹੀਂ ਹੈਗਾ। ਪਰ ਜਿਹੜੇ ਦਿੱਲੀ ਬੈਠੇ, ਚੰਡੀਗੜ੍ਹ ਬੈਠੇ, ਇਹਨਾਂ ਨੂੰ ਕਰਾਉਂਦੇ ਪਏ ਨੇ ਧਰਨੇ, ਰੈਲੀਆਂ, ਮੁਜ਼ਾਹਰੇ, ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ
ਕਿ ਇਹਦੀ ਸ਼ੁਰੂਆਤ ਕਿਹਨੇ ਕਰਾਈ ਸੀ? ਇਹਦੀ ਸ਼ੁਰੂਆਤ ਮਨਮੋਹਨ ਸਿੰਘ ਨੇ ਕਰਾਈ ਸੀ। ਅੱਜ ਮੰਨ ਲਓ ਮੋਦੀ ਦੀ ਸਰਕਾਰ ਨਾ ਹੁੰਦੀ, ਮਨਮੋਹਨ ਸਿੰਘ ਦੀ ਹੁੰਦੀ, ਤਾਂ ਇਹੀ ਕੁਛ ਅੱਜ ਹੁੰਦਾ, ਕਿਉਂਕਿ ਮਨਮੋਹਨ ਸਿੰਘ ਚਾਹੁੰਦਾ ਹੀ ਇਹੋ ਸੀ। ਮਨਮੋਹਨ ਸਿੰਘ ਦੀ ਨੀਤੀ ਇਹੋ ਸੀ। ਮਨਮੋਹਨ ਸਿੰਘ ਬਿਨਾਂ ਇਲੈਕਸ਼ਨ ਜਿੱਤੇ ਜਿਹੜਾ ਇਹ ਪ੍ਰਧਾਨ ਮੰਤਰੀ ਬਣਿਆ ਹੀ ਤਾਂ ਸੀ, ਉਹਨੂੰ ਬਣਾਇਆ ਹੀ ਤਾਂ ਗਿਆ ਸੀ, ਉਹਨੂੰ ਵਿੱਤ ਮੰਤਰੀ ਤਾਂ ਹੀ ਬਣਾਇਆ ਗਿਆ ਸੀ ਵੀ ਆਹ ਨੀਤੀਆਂ ਲਾਗੂ ਹੋ ਜਾਣ। ਸੋ ਇਹ ਸਾਰਾ ਕੁਝ ਹੋ ਕਿਉਂ ਰਿਹਾ? ਇੱਕ ਸਮਾਂ ਸੀ ਜਦੋਂ ਸਰਕਾਰ ਨੇ ਤੈਅ ਕਰਤਾ, ਕਹਿੰਦੀ ਵੀ ਸਾਡੇ ਕੋਲ ਕੰਮ ਬੜਾ ਹੈ ਜੀ, ਇੱਧਰ ਧਿਆਨ ਦਿਓ, ਕਹਿੰਦੀ ਸਾਡੇ ਕੋਲ ਕੰਮ ਬੜਾ, ਸਾਡੇ ਤੋਂ ਇੰਨਾ ਕੰਮ ਨਹੀਂ ਹੁੰਦਾ, ਅਸੀਂ ਐ ਕਰਨੇ ਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੰਪਨੀਆਂ ਨੇ ਜਿਹੜੀਆਂ ਵੇਚਣ ਵਾਲੀਆਂ ਸੀ ਉਹਨਾਂ ਨੂੰ ਖੁਦ ਮੁਖਤਿਆਰੀ ਦੇ ਦਿੰਨੇ ਆ। ਉਹ ਕੀ ਕਿ ਜਿਵੇਂ ਹਿਸਾਬ ਲਾ ਲੈਣਗੇ, ਘਾਟਾ ਵਾਧਾ ਕਰਕੇ ਪੈਟਰੋਲ ਦੀਆਂ ਕੀਮਤਾਂ ਆਪੇ ਘਟਾ ਤੇ ਵਧਾ ਲੈਣ ਕਰਨਗੇ। ਜਦੋਂ ਲਿਖਿਆ ਨਾ, ਉਹ ਲਿਖਿਆ ਵੀ ਘਟਾ ਤੇ ਵਧਾ ਲੈਣ ਕਰਨਗੇ, ਪਰ ਜਦੋਂ ਉਹਨਾਂ ਨੇ ਪੜਿਆ, ਉਹਨਾਂ ਘਟਾ ਵਾਲਾ ਪੜਿਆ ਹੀ ਨਹੀਂ, ਉਹਨਾਂ ਕੱਲਾ ਵਧਾ ਵਾਲਾ ਹੀ ਪੜਿਆ। ਕੰਪਨੀਆਂ ਨੂੰ ਛੋੜ ਦੇਤੀ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਡੀਜ਼ਲ ਤੇ ਪੈਟਰੋਲ ਦਾ ਰੇਟ ਤੁਸੀਂ ਆਪਦੀ ਮਰਜ਼ੀ ਨਾਲ ਵਧਾਉਣਾ ਹੈ, ਇਹ ਤੁਸੀਂ ਵੇਖ ਲਿਆ ਜੇ ਕਿ ਬਾਜ਼ਾਰ ਦਾ ਕੀ ਹਿਸਾਬ ਕਿਤਾਬ ਹੈ, ਉਹਦੇ ਹਿਸਾਬ ਨਾਲ ਘਟਾ ਵਧਾ ਲਿਆ ਜੇ। ਤੇ ਉਹਨਾਂ ਪਿਓ ਦੇ ਪੁੱਤਰਾਂ ਨੇ ਘਟਾਉਣ ਵਾਲਾ ਗੱਲ ਹੀ ਨਹੀਂ ਪੜ੍ਹੀ, ਉਹਨਾਂ ਵਧਾਉਣ ਵਾਲੀ ਪੜ੍ਹ ਲਈ। ਜਿਸ ਦਿਨ ਤੋਂ ਲਾਗੂ ਹੋਇਆ, ਇੱਕ ਦੋ ਵਾਰਾਂ ਘਟਿਆ 5-5 ਪੈਸੇ, ਇੱਕ ਦੋ ਵਾਰਾਂ ਘਟਿਆ 5-5 ਪੈਸੇ, ਤਕਰੀਬਨ 200 ਵਾਰਾਂ ਤੋਂ ਜ਼ਿਆਦੀ ਵਾਰ, 200 ਤੋਂ ਜ਼ਿਆਦੀ ਵਾਰ ਡੀਜ਼ਲ ਤੇ ਪੈਟਰੋਲ ਦੋਵਾਂ ਦਾ ਰੇਟ ਵਧਿਆ ਹੈ ਤੇ ਘਟਿਆ ਸਿਰਫ 2-3 ਵਾਰਾਂ ਹੈ 5-5 ਪੈਸੇ। ਸੋ ਇਹ ਨੀਤੀ ਕੀ ਸੀ ਕਿ ਜਿਹੜਾ ਬੰਦਾ ਚੀਜ਼ ਵੇਚਣ ਵਾਲਾ ਹੈ ਉਹਨੂੰ ਇਹ ਕਹਿਤਾ ਜਾਵੇ ਕਿ ਆਪਦੀ ਚੀਜ਼ ਦਾ ਰੇਟ ਤੂੰ ਤੈਅ ਕਰਨਾ, ਕੀ ਰੇਟ ਵੇਚਣੀ ਹੋ। ਅਸੀਂ ਕਹਿੰਦੇ ਠੀਕ, ਅਸੀਂ ਇਸ ਨੀਤੀ ਨੂੰ ਮੰਨ ਲੈਂਦੇ ਹਾਂ, ਪਰ ਫਿਰ ਇਹ ਨੀਤੀ ਸਾਡੇ ਤੇ ਕਿਉਂ ਨਹੀਂ ਲਾਗੂ ਹੁੰਦੀ? ਸਾਡੇ ਤੇ ਵੀ ਲਾਗੂ ਕਰ ਦਿਓ ਕਿ ਝੋਨੇ ਦਾ ਰੇਟ ਭਾਈ ਤੁਸੀਂ ਆਪਦਾ ਤੈਅ ਕਰਿਆ ਜੇ, ਘਾਟਾ ਵਾਧਾ ਵੇਖ ਲਿਆ ਜੇ। ਕਣਕ ਦਾ ਰੇਟ ਭਾਈ ਤੁਸੀਂ ਆਪਦਾ ਤੈਅ ਕਰਿਆ ਜੇ, ਘਾਟਾ ਵਾਧਾ ਵੇਖ ਲਿਆ ਭਾਈ। ਐਂ ਕਰੋ, ਮੱਕੀ ਤੇ ਮੂੰਗੀ ਦਾ ਰੇਟ ਤੁਸੀਂ ਆਪਦਾ ਘਾਟਾ ਵਾਧਾ ਵੇਖ ਲਿਓ। ਸਾਡੇ ਤੇ ਵੀ ਤੈਅ ਕਰ ਦੇਣ। ਸੋ ਸਾਡੇ ਤੇ ਵੀ ਲਾਗੂ ਹੋ ਸਕਦੀ ਨਾ, ਪਰ ਸਾਡੇ ਤੇ ਲਾਗੂ ਨਹੀਂ ਕਰਨਗੇ। ਕਾਹਦੀ ਗੱਲੋਂ ਨਹੀਂ ਕਰਨਗੇ? ਜਿਸ ਦਿਨ ਕੰਪਨੀਆਂ ਨੂੰ ਅਧਿਕਾਰ ਦਿੱਤਾ, ਉਸ ਦਿਨ ਹੀ ਉਹਨਾਂ ਨੇ ਸੋਚਿਆ ਹੋਇਆ ਸੀ ਕਿ ਇਹਨਾਂ ਨੂੰ ਇੰਨਾ ਖੁੰਗਲ ਕਰਨਾ ਹੈ ਕਿ ਕਿਸਾਨ ਜਿਹੜਾ ਹੈ ਉਹ ਜ਼ਮੀਨ ਵਾਹੁਣੋਂ ਹੀ ਛੱਡ ਦੇਵੇ। ਕਿਉਂ ਵਾਹੁਣੋਂ ਛੱਡ ਦੇਵੇ? ਕਿ ਜਿੰਨਾ ਉਹਦੀ ਵਾਈ ਤੇ ਡੀਜ਼ਲ ਖਰਚ ਹੋਣਾ ਹੈ, ਜਿੰਨਾ ਡੀਜ਼ਲ ਤੇ ਖਰਚਾ ਹੋ ਜਾਣਾ ਹੈ, ਉਨੀ ਤਾਂ ਸਾਰੀ ਆਮਦਨ ਨਹੀਂ ਹੋਗੀ, ਤੇ ਮੈਂ ਵਾਹ ਕੇ ਇਹਨੂੰ ਕਰਨਾ ਕੀ? ਮੈਂ ਇਹ ਗੱਲ ਲੱਖ ਵੇਰਾਂ ਕਿਸਾਨ ਭਰਾਓ ਕਹਿਤੀ। ਅੱਜ ਤੋਂ 100 ਸਾਲ ਪਹਿਲੋਂ ਆਹ ਹੁਣ ਮੁੰਡਾ ਮੋਬਾਈਲ ਫੜੀ ਖੜਾ, ਮੈਨੂੰ ਨਹੀਂ ਪਤਾ ਟੇਢਾ ਜਿਹਾ ਫੜੀ ਖੜਾ, ਖਰੇ ਕਿਹਦੀ ਫੋਟੋ ਬਣਾਉਂਦਾ ਇਹ ਮੁੰਡਾ, ਫੋਨ ਫੜੀ ਖੜਾ। ਇਸ ਵਕਤ ਦੁਨੀਆ ਦੇ ਲੋਕ ਚਾਹਣ ਤੇ 1 ਕਰੋੜ 2 ਕਰੋੜ 10 ਕਰੋੜ ਲੋਕ ਆਪਾਂ ਨੂੰ ਇੱਥੇ ਖੜਿਆਂ ਨੂੰ ਵੇਖ ਸਕਦੇ। ਅੱਜ ਤੋਂ 100 ਸਾਲ ਪਹਿਲੋਂ ਕੋਈ ਕਹਿੰਦਾ ਵੀ ਐਡੀ ਕੋਈ ਇੱਕ ਚੀਜ਼ ਆਵੇਗੀ, ਉਹ ਤੁਹਾਡੇ ਅੱਗੇ ਕਰ ਦੇਗੀ, ਤੁਹਾਨੂੰ ਕਰੋੜਾਂ ਲੋਕ ਵੇਖਣਗੇ। ਤੇ ਸਾਡੇ ਅੱਜ ਜਿਹੜੇ ਪੁਰਾਣੇ ਬਜ਼ੁਰਗ ਨੇ ਕੋਈ 80-90, ਉਹਨਾਂ ਨਾਲ ਪਾਗਲ ਹੋ ਗਿਆ, ਇਹਨੂੰ ਪਾਗਲਖਾਨੇ ਦੇ ਕੇ ਆਓ। ਇਹ ਕਿਵੇਂ ਹੋ ਸਕਦਾ? ਅੱਜ ਆਪਾਂ ਇੱਥੇ ਫੋਟੋ ਖਿੱਚੀ, 1 ਸਕਿੰਟ ਦੇ ਵਿੱਚ ਸਾਰੀ ਦੁਨੀਆ 'ਚ ਭੇਜ ਦਿਆਂਗੇ। ਜੇ ਅੱਜ ਤੋਂ 100 ਸਾਲ ਕੋ ਪਹਿਲਾਂ ਕਹਿੰਦਾ ਨਾ ਪਾਗਲ ਹੋ ਗਿਆ, ਇਹਨੂੰ ਦਾਖਲ ਕਰਾਓ ਕਿਤੇ। ਪਰ ਅੱਜ ਹਕੀਕਤ, ਜਦੋਂ ਬਿਜਲੀ ਬੋਰਡ ਟੁੱਟਣ ਲੱਗਾ ਸੀ, ਅਸੀਂ ਇਹ ਕਿਹਾ ਸੀ ਕਿ ਭਾਜੀ ਇਹ ਜੇ ਮੀਟਰ ਆਉਣੇ ਜੇ, ਉਹਨਾਂ ਨੇ ਮੀਟਰ ਦੇ ਵਿੱਚ ਚਿੱਪ ਤੁੰਨਣੀ ਹੈ। ਜਿਵੇਂ ਸਾਡਾ ਮੋਬਾਈਲ ਦੇ ਪੈਸੇ ਖਤਮ ਹੁੰਦੇ ਨੇ, ਜਿਵੇਂ ਸਾਡੇ ਡਿਸ਼ ਦੇ ਪੈਸੇ ਖਤਮ ਹੁੰਦੇ ਨੇ, ਇਵੇਂ ਪੈਸੇ ਖਤਮ ਹੋ ਜਾਣਗੇ। ਤੁਹਾਨੂੰ ਮੈਸੇਜ ਆ ਜਾਏਗਾ ਕਿ ਭਾਈ ਤੁਹਾਡੇ ਪੈਸੇ ਖਤਮ ਨੇ, ਬਿਜਲੀ ਬੰਦ ਹੋ ਜਾਏਗੀ। ਤੁਸੀਂ ਦੁਕਾਨਦਾਰ ਕੋਲ ਜਾਓਗੇ, 1000 ਰੁਪਏ ਦਾ ਰੀਚਾਰਜ ਕਰਾਓਗੇ, 1000 ਰੁਪਏ ਦੀ ਚੱਲੇਗੀ। ਇਹ ਮੁੜ ਕੇ ਟੈਕਸ ਕਿਹੜੇ ਪੈਣੇ? ਸਾਨੂੰ ਨਹੀਂ ਇਹਦੇ ਤੇ ਪੈਂਦੇ ਫੋਨ ਤੇ। ਮੁੜ ਕੇ ਲੋਕੀ ਲੈ ਕੇ ਲਿਖਦੇ ਯਾਰ ਮੇਰਾ ਡਾਟਾ ਕਿਵੇਂ ਖਤਮ ਹੋ ਗਿਆ, ਮੈਂ ਤਾਂ ਸਵੇਰੇ ਪਵਾਇਆ ਹੈ। ਉਹ ਕਹਿੰਦੇ ਤੇਰੀ ਫਲਾਣੀ ਐਪ ਚੱਲਦੀ ਸੀ, ਢਿੰਗਰੀ ਐਪ ਚੱਲਦੀ ਸੀ ਭਾਈ, ਖਤਮ ਹੋ ਗਿਆ। ਸੋ ਇਹ ਵੀ 1000 ਰੁਪਏ ਦਾ ਆਪਾਂ ਬਿਜਲੀ ਚਾਰਜ ਕਰਾਈ ਭਾਈ, ਉਹ ਖਤਮ ਹੋ ਗਿਆ। ਜੇ ਹੁਣ ਲਾਗੂ ਨਹੀਂ ਹੋਈ ਤੇ ਇਸ ਕਰਕੇ ਨਹੀਂ ਹੋਈ ਵੀ ਤੁਸੀਂ ਝੰਡੇ ਫੜ ਕੇ ਬਾਹਰ ਆ ਗਏ ਜੇ। ਤੇ ਜੇ ਆ ਢੀਠ ਜਿਹੜੇ ਘਰੇ ਬੈਠੇ ਨੇ, ਜਿਹੜੇ ਕਹਿੰਦੇ ਸੀ ਬਿਜਲੀ ਬੋਰਡ ਟੁੱਟ ਜਾਵੇ ਤੇ ਚੰਗਾ, ਬਿਜਲੀ ਵਾਧੂ ਆਵੇਗੀ, 24 ਘੰਟੇ ਆਵੇਗੀ, ਲੈ ਲਓ 24 ਘੰਟੇ। ਜੇ ਇਹਨਾਂ ਖਲੱਗਾਂ ਤੇ ਹੁੰਦਾ, ਇਹਨਾਂ ਕਮਜ਼ੋਰਾਂ ਨਾਲ ਨਕਮਿਆਂ ਤੇ ਹੁੰਦਾ, ਤੇ ਹੁਣ ਨੂੰ ਇਹ ਬਿਜਲੀ ਬੋਰਡ ਵਾਲੇ ਇਹ ਮੀਟਰ ਲੱਗੇ ਹੁੰਦੇ। ਅੰਮ੍ਰਿਤਸਰ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਟ੍ਰਾਇਲ ਕਰ ਲਿਆ ਇਹੋ ਜਿਹੇ ਮੀਟਰ ਲਾ ਕੇ ਕਿ ਜਦੋਂ ਪੈਸੇ ਖਤਮ ਉਦੋਂ ਬਿਜਲੀ ਖਤਮ। ਸੋ ਅੱਜ ਜਦੋਂ ਆਪਾਂ ਇਹ ਗੱਲ ਕਰਾਂਗੇ, ਇਹਨਾਂ ਨੇ ਨਹੀਂ ਮੰਨਣਾ। ਇਹ ਜਿਹੜੇ ਟਟਪੂੰਜੇ ਲੀਡਰ ਨੇ, ਇਹਨਾਂ ਚਮਚੇ ਜਿਹੜੇ ਅਕਾਲੀਆਂ ਦੇ, ਕਾਂਗਰਸੀਆਂ ਦੇ, ਆਮ ਆਦਮੀ ਪਾਰਟੀ ਉਰਾਂ ਪਰਾਂ ਸਾਰਿਆਂ ਦੇ, ਕਿਉਂਕਿ ਇਹਨਾਂ ਚੋਂ ਬਰੀ ਕੋਈ ਵੀ ਨਹੀਂ ਜੇ ਹੈਗਾ। ਚਲੋ ਆ ਜਿਹੜਾ ਫਰੰਟ ਹੈ ਸਾਡਾ ਸਾਂਝਾ ਹੈ, ਅਸੀਂ ਸਾਰੀ ਗੱਲ ਇੱਥੇ ਨਹੀਂ ਕਰ ਸਕਦੇ। ਇਹਦਾ ਇੱਕ ਜਾਬਤਾ, ਜਿਹੜੇ ਜਾਬਤੇ 'ਚ ਰਹਿ ਕੇ ਆਪਾਂ ਨੂੰ ਗੱਲ ਕਰਨੀ ਪਏਗੀ। ਸੋ ਬੇਨਤੀ ਵੀ ਅੱਜ ਜਦੋਂ ਆਪਾਂ ਇਹ ਗੱਲ ਕਰਨੀ, ਸਾਰੇ ਆਪਾਂ ਕਰਦੇ ਪਏ ਨਾ, ਕਿ ਗੱਲ ਹੋਣੀ ਹੁਣ ਕੀ ਜੇ? ਗੱਲ ਇਹ ਹੋਣੀ ਜੇ
ਇਹ ਡੀਜ਼ਲ ਤੇ ਪੈਟਰੋਲ ਦੇ ਰੇਟ ਵਧਾਏ ਜਾ ਰਹੇ, ਸਬਸਿਡੀਆਂ ਖਤਮ, ਉਰਲਾ ਪਰਲਾ, ਇਸ ਕਰਕੇ ਵੀ ਤੁਹਾਡੀਆਂ ਜ਼ਮੀਨਾਂ ਲੈਣੀਆਂ ਚਾਹੁੰਦੇ। ਤੁਹਾਡੀਆਂ ਜ਼ਮੀਨਾਂ ਕਿਉਂ ਲੈਣੀਆਂ ਚਾਹੁੰਦੇ? ਤੁਹਾਡੀਆਂ ਜ਼ਮੀਨਾਂ ਇਸ ਕਰਕੇ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਇੱਕ ਘਰ 'ਚ 10-10 ਸੂਟ ਪਏ ਨੇ ਇਹਨਾਂ ਕੋਲ, ਇਹ ਨਜਾਇਜ਼ ਖਰਚਾ ਹੈ। ਕਿਉਂ ਇਹਨਾਂ ਕੋਲ 10-10 ਸੂਟ ਪਏ ਹੋਣ? ਇਹਨਾਂ ਦੇ ਘਰੇ ਮੋਟਰਸਾਈਕਲ ਗੱਡੀਆਂ ਕਿਉਂ ਚੱਲਦੀਆਂ ਹੋਣ? ਇਹ ਰੋਟੀ 2 ਵੇਲੇ ਕਿਉਂ ਖਾਂਦੇ ਹੋਣ? ਮਤਲਬ ਇਹ ਆ ਕਿ ਪੈਦਾ ਕਰਨ ਵਾਲੀ ਹਰ ਚੀਜ਼ ਸਾਡੀ ਹੋਵੇ, ਇਹ ਜਿੰਨੇ ਵੀ ਹੈਗੇ ਨੇ ਸਾਰੇ ਸਾਡੇ ਨੌਕਰ ਹੋਣ, ਇਹਨਾਂ ਨੂੰ ਅਸੀਂ 2 ਡੰਗ ਦੀ ਰੋਟੀ ਦਈਏ ਤੇ ਬਸ ਸੰਗਲਾਂ ਨਾਲ ਬੰਨ ਛੱਡੀਏ ਤੇ ਆਪਦਾ ਕੰਮ ਲਈਏ। ਇੱਕ ਸਮਾਂ ਸੀ ਅਫਰੀਕਾ ਦੇ ਜਦੋਂ ਲੋਕਾਂ ਨੂੰ ਗੁਲਾਮ ਕਰਕੇ ਅਮਰੀਕਾ ਦੇ ਵਿੱਚ ਲਿਆਂਦਾ ਜਾਂਦਾ ਸੀ ਤਾਂ ਉਹਨਾਂ ਨਾਲ ਵਤੀਰਾ ਕੀ ਕੀਤਾ ਜਾਂਦਾ ਸੀ? ਉਹਨਾਂ ਨੂੰ ਜੰਗਲ ਦੇ ਵਿੱਚ ਛੱਡਿਆ ਜਾਂਦਾ ਸੀ, ਸੰਗਲ ਉਹਨਾਂ ਦੇ ਗੁੱਟਾਂ ਨੂੰ ਪਾਏ ਹੁੰਦੇ ਸੀ। ਉਹ ਕੀ ਕਰਦੇ ਸੀ? ਸਾਰੀ ਦਿਹਾੜੀ ਉਹਨਾਂ ਨੂੰ ਕੰਮ ਕਰਾਉਂਦੇ ਸੀ। ਰੋਟੀ ਉਹਨਾਂ ਨੂੰ ਇਸ ਹਿਸਾਬ ਸੀ ਵੀ ਭਾਈ 2 ਰੋਟੀਆਂ ਮਿਲਣੀਆਂ, ਇੰਨਾ ਪਾਣੀ ਮਿਲਣਾ ਹੈ, ਕੋਈ ਚਾਹ ਨਹੀਂ, ਕੋਈ ਦਵਾਈ ਨਹੀਂ, ਕੋਈ ਦੁੱਧ ਨਹੀਂ, ਕੁਛ ਨਹੀਂ। ਉਹ ਸੀ ਗੁਲਾਮ। ਅੱਜ ਸਮਾਂ ਬਦਲਿਆ ਹੈ, ਉਸ ਤਰੀਕੇ ਦੇ ਗੁਲਾਮ ਸਾਨੂੰ ਨਹੀਂ ਬਣਾ ਸਕਦੇ, ਪਰ ਗੁਲਾਮ ਬਣਾਉਣ ਦੀ ਸਥਿਤੀ ਪੈਦਾ ਹੋ ਗਈ ਜਿਹੜਾ ਸਾਰਾ ਕੁਝ ਹੋ ਗਿਆ। ਇੱਕ ਵਾਰ ਬਸ ਮੈਂ ਆਪਦੀ ਗੱਲ 1-2 ਮਿੰਟ 'ਚ ਖਤਮ ਕਰ ਦੇਣੀ। ਇੱਕ ਵਾਰ ਸੋਚੀਏ, ਅੱਜ ਜਿੰਨੀ ਖੇਤੀ ਮਹਿੰਗੀ ਹੋ ਗਈ, ਬੇਸ਼ੱਕ ਕੁਝ ਭਰਾ ਸਾਡੇ ਠੇਕੇ ਲੈਂਦੇ ਨੇ, ਪਰ ਇਹ ਹੈਗਾ ਵੀ ਜਿੰਨਾ ਚਿਰ ਅਸੀਂ ਕਰਜ਼ਾ ਨਹੀਂ ਲੈਂਦੇ ਉਹਨਾਂ 'ਚ ਸਾਡਾ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ। ਇਹਦਾ ਮਤਲਬ ਜਿਹੜਾ ਕਰਜ਼ਾ ਲੈਨੇ ਉਹ ਖੇਤੀ 'ਚੋਂ ਘਾਟਾ ਹੈ, ਖੇਤੀ 'ਚੋਂ ਘਾਟਾ ਤਾਂ ਨਹੀਂ ਤੇ 2 ਡੰਗ ਦੀ ਰੋਟੀ ਪੂਰੀ ਹੋਣੀ ਮੁਸ਼ਕਲ ਹੈ। ਅਸੀਂ ਇੱਕ ਇਹਦਾ ਹੱਲ ਲੱਭਿਆ ਵੀ ਜਵਾਕਾਂ ਨੂੰ ਚੜਾ ਦਿਓ ਅਮਰੀਕਾ ਕੈਨੇਡਾ, ਉੱਥੇ ਜਾ ਕੇ ਵੀ ਉਹ ਸੜਕਾਂ ਹੀ ਬਣਾਉਂਦੇ ਪਏ ਨੇ, ਕੋਈ ਗੰਦ ਚੁੱਕਦਾ, ਕੋਈ ਸੜਕਾਂ ਬਣਾਉਂਦਾ, ਦਿਹਾੜੀ ਕਮਾਉਂਦੇ ਪਏ ਨੇ। ਉਹਨਾਂ ਨੇ ਵੀ ਜਿੱਦਣ ਇੱਥੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਨਾ, ਕਿਉਂਕਿ ਕਰਨਾ ਤਾਂ ਉਹੀ ਅਮਰੀਕਾ ਵਾਲਿਆਂ ਨਾ, ਕਰਨਾ ਤਾਂ ਆਸਟ੍ਰੇਲੀਆ ਵਾਲਿਆਂ ਨੇ, ਉਹਨਾਂ ਨੇ ਕਰਨਾ ਬਰਤਾਨੀਆ ਫਰਾਂਸ ਵਾਲਿਆਂ ਨੇ। ਜਿੱਦਣ ਇੱਥੇ ਜ਼ਮੀਨਾਂ ਤੇ ਕਬਜ਼ਾ ਹੋ ਗਿਆ ਉਦੋਂ ਉੱਥੋਂ ਉਹਨਾਂ ਨੂੰ ਵੀ ਭਜਾ ਦੇਣਗੇ ਵੀ ਚਲੋ ਕਾਕਾ ਤੁਸੀਂ ਇੱਥੇ ਵੀ ਸਾਡੀ ਨੌਕਰੀ ਕਰਦੇ ਜੇ ਪੰਜਾਬ ਜਾ ਕੇ ਸਾਡੀ ਨੌਕਰੀ ਕਰੋ। ਸੋ ਹੋਣਾ ਕੀ, ਜਦੋਂ ਘਾਟਾ ਵੱਧਦਾ ਗਿਆ, ਡੀਏਪੀ ਮਹਿੰਗੀ ਹੋਈ, ਯੂਰੀਆ ਮਹਿੰਗੀ ਹੋਈ, ਸਬਸਿਡੀਆਂ ਮਹਿੰਗੀਆਂ ਹੋਈਆਂ, ਡੀਜ਼ਲ ਪੈਟਰੋਲ ਮਹਿੰਗਾ ਹੋਇਆ, ਦਵਾਈਆਂ ਮਹਿੰਗੀਆਂ ਹੋਈਆਂ, ਫਸਲਾਂ ਦੇ ਰੇਟ ਨਹੀਂ ਵਧੇ, ਮੰਡੀ ਬੋਰਡ ਟੁੱਟ ਗਿਆ, ਐਫਸੀਆਈ ਟੁੱਟਣ ਦੇ ਕਿਨਾਰੇ ਆ ਗਿਆ ਤੇ ਫਸਲਾਂ ਦਾ ਜਿਹੜਾ ਝਾੜ ਹੈ ਉੱਥੇ ਰਹਿ ਗਿਆ, ਵਧਿਆ ਨਹੀਂ ਤੇ ਫਸਲ ਜਿਹੜਾ ਘਾਟੇ ਬੰਦਾ ਸੋ। ਅੱਜ ਇੱਕ ਕੰਪਨੀ ਆਉਂਦੀ, ਉਹ ਕਹਿੰਦੀ ਵੀ ਭਰਾ ਜੀ ਤੁਹਾਡੇ ਠੇਕਾ ਹੈਗਾ 60,000, ਮੈਂ ਤੈਨੂੰ ਠੇਕਾ ਦੇਣਾ 1 ਲੱਖ ਰੁਪਈਆ, ਤਾਂ ਮੈਨੂੰ ਇੱਕ ਵੀ ਕਿਸਾਨ ਦੱਸ ਦਿਓ ਜਿਹੜਾ ਬਾਹ ਖੜੀ ਕਰਕੇ ਕਹੇ ਮੈਂ ਲੱਖ ਰੁਪਈਏ ਨੂੰ ਠੇਕੇ ਨਹੀਂ ਦੇਣਾ। ਕੋਈ ਹੈਗਾ? ਕਿਉਂਕਿ ਬਾਲਿਆਂ ਨੇ ਸੋਚਣਾ ਹੀ ਨਹੀਂ ਵੀ ਅੱਜ ਦੀ ਸੋਚੋ, ਤੁਸੀਂ ਲੰਮੀ ਕਿਉਂ ਸੋਚਦੇ ਜੀ? ਜਿਹੜੇ ਕਿੱਲੇ ਦੇ ਨਹੀਂ ਲਾਉਣਾ, ਜੇ ਉਹ ਕਹਿਣਗੇ ਨਾ ਲੱਖ ਰੁਪਈਏ ਨੂੰ ਦਿੰਨੇ ਆ ਕਿੱਲੇ ਦਾ, ਉਹਨਾਂ ਇੱਕ ਸਟੈਂਟ ਨਹੀਂ ਲਾਉਣਾ ਵੀ ਲਿਆਓ ਦਿਓ। ਜੇ ਖੇਤੀ 'ਚੋਂ ਸਾਡੀ ਰੋਟੀ ਪੂਰੀ ਹੁੰਦੀ ਵੇ ਫਿਰ ਅਸੀਂ ਨਹੀਂ ਦੇਵਾਂਗੇ। ਅਸੀਂ ਸੋਚਾਂਗੇ ਨਾ ਵੀ ਯਾਰ ਅਸੀਂ ਵਿਹਲਿਆਂ ਕਰਨੀਏ, ਖੇਤ ਜਾਂਦੇ ਆ, ਸਰੀਰ ਤੰਦਰੁਸਤ ਰਹਿੰਦਾ, ਗੇੜਾ ਮਾਰਨੇ ਆ, ਜ਼ਮੀਨ ਨਾਲ ਜੁੜੇ ਅਸੀਂ ਕਿਉਂ ਦਈਏ? ਜੇ ਘਾਟੇਬੰਦੀ ਹੋਵੇਗੀ ਤੇ ਤਾਂ ਹੀ ਉਹ ਲੈਣਗੇ ਨਾ। ਅਸੀਂ ਕੀ ਸੋਚਾਂਗੇ ਵੀ ਯਾਰ ਜ਼ਮੀਨ ਦਿਓ, ਮੁੰਡੇ ਨੂੰ ਬਾਹਰ ਘੱਲਨੇ ਆ, ਲੱਖ ਰੁਪਇਆ ਠੇਕਾ ਇੱਥੋਂ ਕਿੱਲੇ ਦਾ ਆ ਜਾਣਾ, ਮੁੰਡੇ ਨੇ ਬਾਹਰੋਂ ਕਮਾ ਕੇ ਘੱਲਣਾ, ਇੱਥੇ ਜੈ ਜੈਕਾਰ ਹੋ ਜਾਣੀ ਹੈ। ਠੀਕ ਹੈ ਜੀ, ਉਹਨਾਂ ਕਹਿਣਾ ਅਸੀਂ ਵੱਟ ਨਹੀਂ ਕੋਈ ਰੱਖਣੀ, ਵੱਟਾਂ ਸਾਰੀਆਂ ਬਰਾਬਰ ਹੋਣਗੀਆਂ, ਕੋਈ ਮੋਟਰ ਦੀ ਨਿਸ਼ਾਨੀ ਨਹੀਂ ਹੋਵੇਗੀ। ਜਿਹੜੀ ਵੱਟ ਹੁਣ ਮੈਂ ਉਦੋਂ ਵੀ ਗੱਲ ਕੀਤੀ ਸੀ, ਪਿਛਲੇ 1 ਮਹੀਨੇ 'ਚ 20 ਕਿਸਾਨ ਮਰੇ ਪੰਜਾਬ ਦੇ, ਤੇ ਮਰੇ ਪਤਾ ਹੀ ਕਿਵੇਂ ਜੇ? ਸੱਕੇ ਤਾਏ ਦੇ ਪੁੱਤਰ ਨੇ ਚਾਚੇ ਦੇ ਪੁੱਤਰ ਵੜ ਦਿੱਤੇ, ਸੱਕੇ ਭਰਾ ਨੇ ਉਹ ਸੱਕੇ ਭਰਾ ਮਾਰ ਦਿੱਤੇ, ਸੱਕੇ ਪੁੱਤਰ ਨੇ ਪਿਓ ਮਾਰਤਾ, ਪਿਓ ਨੇ ਪੁੱਤਰ ਮਾਰਤਾ, ਸਾਰੇ ਕਤਲ ਹੀ ਹੋਏ। ਇੱਕ ਕਤਲ ਟਾਲੀ ਪੱਟਣ ਤੋਂ ਹੋਇਆ, 2 ਬੰਦੇ ਮਰੇ ਜਿਹੜੇ ਭਰਾ ਨੇ ਭਰਾ ਮਾਰੇ ਟਾਲੀ ਪੱਟਣ ਤੋਂ, ਵੀ ਸਾਡੀ ਟਾਲੀ ਕਿਉਂ ਵੱਟ ਤੋਂ ਪੱਟਦੇ ਜੀ? ਸੋ ਇਹ ਵੱਟਾਂ ਸਾਰੀਆਂ ਖਤਮ ਹੋਣੀਆਂ, ਇਹ ਮੋਟਰਾਂ ਨਿਸ਼ਾਨੀਆਂ ਸਭ ਖਤਮ ਹੋਣੀਆਂ, ਕਿਉਂਕਿ ਉਹ ਮੁਆਇਦੇ ਦੇ ਵਿੱਚ ਲਿਖਿਆ ਹੋਵੇਗਾ ਨਾ ਕਿ ਅਸੀਂ ਭਾਈ ਤੁਹਾਡੀ ਜ਼ਮੀਨ ਦਾ ਲੱਖ ਰੁਪਇਆ ਠੇਕਾ ਦੇਵਾਂਗੇ, ਹਰ ਸਾਲ ਇਹਦੇ ਵਿੱਚ 10%, 15 ਜਾਂ 20% ਵਾਧਾ ਕਰਾਂਗੇ, ਪਰ ਅਸੀਂ 10 ਸਾਲਾਂ ਲਈ ਲਵਾਂਗੇ, ਵੱਟਾਂ ਅਸੀਂ ਢਾ ਦੇਾਂਗੇ, ਸਾਰਾ ਕੁਝ ਬਰਾਬਰ ਕਰਕੇ ਖੇਤੀ ਆਪਦੀ ਮਰਜ਼ੀ ਨਾਲ ਕਰਾਂਗੇ। ਅਸੀਂ ਕਹਾਂਗੇ ਠੀਕ ਹੈ, ਉਹ ਲੈ ਜਾਣਗੇ ਜ਼ਮੀਨ ਸਾਡੀ, ਲੈ ਲੈਣਗੇ, ਉਹਦੇ ਵਿੱਚੋਂ ਮਕਈ ਬੀਜਣਗੇ। ਮੰਨ ਲਓ ਸਾਨੂੰ ਕੀ ਦਫਾ ਜੋ ਮਰਜ਼ੀ ਬੀਜਣ, 10 ਸਾਲ ਸਾਡੇ ਤੋਂ ਠੇਕੇ ਲੈ ਲਈ, 10 ਸਾਲਾਂ ਬਾਅਦ ਕਹਿਣਗੇ ਵੀ ਸਾਡੇ ਹੱਥ ਖੜੇ ਤਾਂ ਜ਼ਮੀਨ 'ਚੋਂ ਬਚਦਾ ਕੁਝ ਨਹੀਂ, ਭਾਈ ਆਪਦੀ ਜ਼ਮੀਨ ਲੈ ਲਓ। ਪਹਿਲੋਂ ਤਾਂ ਅਸੀਂ ਵੱਡੇ ਜਾਵਾਂਗੇ ਤੇ ਇਸੇ ਗੱਲ 'ਚ ਵੀ ਮੇਰੀ ਵੱਟ ਇੱਥੇ ਸੀ, ਦੂਜਾ ਕਹੇਗਾ ਮੇਰੀ। ਜੇ ਅਸੀਂ ਇੱਕ ਟਾਲੀ ਤੋਂ ਭਰਾ ਮਾਰ ਸਕਨੇ ਆ, ਤੇ ਜਦੋਂ ਵੱਟਾਂ ਹੀ ਨਾ ਕੋਈ ਰਹਿ ਗਈਆਂ, ਕੋਈ ਨਿਸ਼ਾਨੀ ਨਾ ਰਹੇਗੀ, ਅਸੀਂ ਅੱਧੇ ਦਾ ਇੱਕ ਦੂਜੇ ਨੂੰ ਵੜ ਦਿਆਂਗੇ ਇਸੇ ਗੱਲ ਤੇ ਨਿਸ਼ਾਨੀਆਂ ਕੋਈ। ਚਲੋ ਕੋਈ ਸਿਆਣੇ ਨੇ ਆਪਦੀ ਜ਼ਮੀਨ ਵੰਡ ਲੈਣਗੇ, ਹਾਂਜੀ ਵਾਹੋ ਜ਼ਮੀਨ ਨੂੰ, ਵਾਹੁਣਗੇ ਕਾਹਦੇ ਨਾਲ? ਟਰੈਕਟਰ ਨਾਲ। ਟਰੈਕਟਰ ਕਿੱਥੋਂ ਸਿਰ ਖਸਮਾ ਦੇ ਆਇਆ? ਉਹ ਤਾਂ 10 ਸਾਲ ਹੋ ਗਏ ਨੇ, ਉਦੋਂ ਵੇਚਤਾ ਸੀ, ਅੱਜ ਲੈ ਲਓ। ਠੀਕ ਹੈ ਜੀ, ਏਜੰਸੀ ਜਾਓ, ਕਹਿੰਦੇ ਜੀ ਸਾਡੀ ਤਾਂ ਏਜੰਸੀ ਬੰਦ ਹੋ ਗਈ, ਟਰੈਕਟਰ ਬਣਾਉਣੇ ਕਾਹਦੇ ਲਈ ਨੇ?
ਜਿਹੜੀਆਂ ਉਹ ਵੱਡੀਆਂ ਫਰਮਾਂ ਨੇ ਫਾਰਮ ਲਏ ਨੇ, YouTube ਤੇ ਉਧਰ ਅਮਰੀਕਾ ਕੈਨੇਡਾ ਚੱਲਦੇ, ਉਹ ਕਹਿਣਗੇ ਉਹ ਲੈਣਾ ਤਾਂ ਲੈ ਲਓ, ਤੇ ਮੈਂ ਕਹਾਂਗਾ 10 ਕਿੱਲੇ ਲਈ ਮੈਂ ਉਹ ਕੀ ਕਾਹਦੇ ਲਈ ਲੈਣਾ ਯਾਰ, ਤੇ ਜਾਓ ਫਿਰ ਘਰੇ ਭਾਈ। ਫਿਰ ਹੁਣ ਜ਼ਮੀਨ ਕਾਹਦੇ ਨਾਲ ਵਾਹੀਏ? ਚਲੋ ਖਾਣ ਜੋਗੀ ਬੀਜ ਲਈਏ, ਬਲਦਾਂ ਨਾਲ ਵਾਹ ਲੈਨੇ ਆ, ਬਲਦ ਵੀ ਕੋਈ ਨਹੀਂ ਹੈਗੇ, ਚਲੋ ਫਿਰ ਸਾਰੇ ਜੀ ਚੱਲੀਏ ਕਈਆਂ ਨਾਲ ਗੋੜ ਕੇ ਘਰ ਜੋਗੀ ਦਾ ਬਣਾਈਏ। ਘਰ ਜੋਗੀ ਜ਼ਮੀਨ ਅਸੀਂ ਪੱਟ ਲਈ, ਚਲੋ ਬੀਜੀਏ। ਕੀ ਬੀਜਣਾ? ਕਣਕ। ਬੀਜ ਤਾਂ ਹੈਗਾ ਨਹੀਂਗਾ, ਦੁਕਾਨ ਤੋਂ ਲੈ ਆਈਏ। ਦੁਕਾਨ ਵਾਲੇ ਕਹਿੰਦਾ ਮੈਂ ਤਾਂ ਕਦੋਂ ਦੀ ਦੁਕਾਨ ਉਦੋਂ ਹੀ ਬੰਦ ਕਰਤੀ ਸੀ। ਬੀਜ ਕਾਹਦਾ ਆਉਣਾ? ਬੀਜ ਤਾਂ ਵਿਕਦਾ ਹੀ ਨਹੀਂਗਾ, ਕਿਉਂਕਿ ਉਹਨਾਂ ਕੰਪਨੀਆਂ ਕੋਲ ਤਾਂ ਆਪਦਾ ਬੀਜ, ਉਹ ਥੋੜਾ ਸਾਡੇ ਤਰ੍ਹਾਂ ਦੁਕਾਨਾਂ ਤੋਂ ਜਾ ਕੇ ਲੈਣਗੀਆਂ। ਅਸੀਂ ਮਹੀਨਾ ਕੋ ਧੱਕੇ ਖਾਵਾਂਗੇ, ਧੱਕੇ ਖਾ ਕੇ ਫਿਰ ਆ ਜਾਾਂਗੇ ਵੀ ਤੁਸੀਂ ਠੇਕੇ ਤੇ ਲੈ ਲਓ। ਉਹ ਕਹਿਣਗੇ ਵੀ ਮੈਂ ਠੇਕਾ ਠੁੱਕਾ ਨਹੀਂ ਦੇਣਾ, ਮੈਂ ਤਾਂ ਇਹ ਕਰਾਂਗਾ ਤੁਹਾਨੂੰ ਰੋਟੀ ਦਿਆਂਗਾ, ਸਾਰੇ ਜੀਆਂ ਨੂੰ ਪਾਸ ਤੁਹਾਡਾ ਬਣਾ ਦਿਆਂਗਾ, ਜ਼ਮੀਨ ਤੇ ਜਾਇਆ ਜੇ ਕੰਮ ਕਰਿਆ ਜੇ, ਜਦੋਂ ਆਓਗੇ ਮੁਰਦਿਆਂ ਨੂੰ ਤੁਹਾਨੂੰ ਰੋਟੀ ਦੇ ਦਿਆਂਗਾ ਸਾਰੇ ਜੀਆਂ ਨੇ ਜਿੰਨੀ ਖਾਣੀ। ਸਵੇਰੇ ਆ ਜਾ ਕਰਿਆ ਜੇ, ਚਾਹ ਪੀ ਲਿਆ ਕਰਿਆ ਜੇ, ਰੋਟੀ ਨਾਲ ਬੰਨ ਦਿਆਂਗੇ, ਜਾਇਆ ਜੇ ਜ਼ਮੀਨ 'ਚ ਕੰਮ ਕਰਕੇ ਸ਼ਾਮ ਰੋਟੀ ਲਿਆ ਕਰੇ। ਇਹ ਹਕੀਕਤ ਜੇ ਹੋਣਾ ਜੇ ਜੇ ਅਸੀਂ ਨਾ ਜਾਗੇ ਤਾਂ, ਜੇ ਤੁਸੀਂ ਨਾ ਜਾਗੇ ਤਾਂ ਤੁਹਾਡੇ ਤੋਂ ਬਿਨਾ ਹੋਰ ਨਹੀਂ ਕਿਸੇ ਜਾਗਣਾ, ਇਹ ਹੋਣਾ ਜੇ। ਤੇ ਫਿਰ ਮੇਰੇ ਵਰਗਾ ਜਾਏਗਾ ਵੀ ਚਲੋ ਯਾਰ ਆ ਮੇਰੇ ਪਿਓ ਨੇ ਟਾਂਗਾ, ਮੈਂ ਕਿਉਂ ਮੇਜਾ ਸੀ ਜ਼ਮੀਨ ਤੇ ਕੰਮ ਕਰਨਾ। ਉਹੀ ਜਿਹਦੇ ਅੱਜ ਮਾਲਕਾਂ, ਜਿਹੜੀ ਜ਼ਮੀਨ ਵਿਕਣ ਤੇ ਮੇਰੀ ਮਾਂ ਨੇ ਉਹਨੂੰ, ਮੇਰੇ ਦੋਸਤ ਨੂੰ ਬੁਲਾਉਣਾ ਛੱਡ ਦਿੱਤਾ, ਉਹਨੂੰ ਘਰੇ ਆਉਣ ਤੋਂ ਮਨਾ ਕਰਤਾ, ਉਹੀ ਜ਼ਮੀਨ ਤੇ ਉਹਦਾ ਪੁੱਤਰ ਤੇ ਉਹਦੇ ਪੋਤਰੇ ਜਿਹੜੇ ਪਰਪੋਤਰੇ ਨੇ ਉਸੇ ਜ਼ਮੀਨ ਤੇ ਦਿਹਾੜੀਆਂ ਕਰਨਗੇ। ਸੋ ਇਹ ਹਾਲਤ ਬੰਨੇ ਜੇ। ਇਹ ਸੋਚਣਾ ਤੁਸੀਂ ਇਹ ਵੀ ਕੀ ਚਾਹੁੰਦੇ। ਜਿਹੜਾ ਬੈਂਕਾਂ ਵਾਲੀ ਹਾਲਤ, ਮੈਂ ਤਾਂ ਬਸ ਇੰਨੀ ਗੱਲ ਹੀ ਕਰਨੀ ਜਿਹੜੇ ਗਿਆਨੀ ਜੀ ਨੇ ਦੱਸਿਆ। ਮੈਂ ਅਜੇ ਤੱਕ ਰੌਲਾ ਨਹੀਂ ਇਹ ਪਾਇਆ, ਕਿਉਂਕਿ ਮੈਨੂੰ ਆਪਦੀ ਤਾਕਤ ਤੇ ਇਤਬਾਰ ਸੀ ਵੀ ਅਸੀਂ ਕੀ ਕਰ ਸਕਦੇ। ਮੇਰਾ ਭਾਂਜਾ ਆਇਆ ਇਹ ਵੀ ਮੈਨੂੰ ਮਾਮਾ ਲੈ ਦੇ ਛੋਟਾ ਹਾਥੀ, ਮੈਂ ਕੋਈ ਰੋਜ਼ਗਾਰ ਚਲਾਉਣਾ। ਮੈਂ ਆਪਦਾ 80,000 ਰੁਪਇਆ ਕੋਲੋਂ ਦੇ ਕੇ ਆਪਦੇ ਨਾਂ ਦਾ ਲੋਨ ਕਰਾ ਲਿਆ ਤੇ ਉਹਨੂੰ ਮੈਂ ਛੋਟਾ ਹਾਥੀ ਲੈਤਾ। ਉਹਨੇ ਛੋਟਾ ਹਾਥੀ ਸਕੂਲ ਚਲਾਤਾ, ਥੋੜੇ ਦਿਨ ਉਹਨੇ 6 ਮਹੀਨੇ ਚਲਾਇਆ, ਉਹ ਛੱਡ ਕੇ ਚਲਾ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਭਾਈ ਆ ਛੋਟਾ ਹਾਥੀ ਮੇਰੇ ਤੋਂ ਨਹੀਂ ਚੱਲਦਾ, ਤੁਸੀਂ ਐਂ ਕਰੋ ਇਹਨੂੰ ਵਾਪਸ ਲੈ ਲਓ। ਉਹ ਕਹਿੰਦੇ ਵੀ ਜਿਹੜੀ ਤੁਹਾਡੀ ਡਾਊਨ ਪੇਮੈਂਟ ਗਈ ਇਹ ਵੀ ਗਈ, ਤੁਹਾਡੀਆਂ ਕਿਸ਼ਤਾਂ ਵੀ ਗਈਆਂ, ਤੇ ਲਿਆਓ ਟੈਂਪੂ ਸਾਨੂੰ ਦੇ ਦਿਓ। ਆ ਮੈਂ ਉਹਨਾਂ ਨੂੰ ਟੈਂਪੂ ਮੋੜਤਾ ਵੀ ਮੈਂ ਇਹਦਾ ਕੀ ਕਰਨਾ। ਹੁਣ ਹੁੰਦਿਆਂ ਕੀ ਹੋਇਆ, ਉਹ 2011 ਦੀ ਗੱਲ ਹੈ। ਹੁਣ ਉਹਨਾਂ ਨੇ ਮੇਰੇ ਵੱਲੇ 20,000 ਰੁਪਇਆ ਬਕਾਇਆ ਕੱਢਤਾ। ਫਿਰ ਹੋਰ ਕਹਿੰਦੇ ਵੀ ਤੇਰਾ ਟੈਂਪੂ ਅਸੀਂ ਵੇਚਤਾ, ਜਿੰਨੇ ਸਾਡੇ ਪੈਸੇ ਰਹਿੰਦੇ ਸੀ 20,000 ਸਾਡਾ ਅਜੇ ਵੀ ਰਹਿ ਗਿਆ। ਤੇ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕਰਕੇ 20,000 ਰੁਪਏ ਦੇ ਬਦਲੇ ਮੇਰੀ ਚੱਲ ਤੇ ਅਚੱਲ ਜਾਇਦਾਦ ਸਾਰੀ ਕੁਰਕ ਕਰ ਲਈ। ਇਹ ਤਾਂ ਇਸ ਕਰਕੇ ਨਾ, ਮੈਂ ਜਥੇਬੰਦੀ ਨਾਲ ਜੁੜਿਆ, ਮੈਨੂੰ ਉਹਨਾਂ ਦੀ ਪਰਵਾਹ ਹੀ ਨਹੀਂ। ਕੁਰਕ ਕਰ ਲਓ, ਕਾਗਜ਼ਾਂ 'ਚ ਜੋ ਮਰਜ਼ੀ ਕਰੋ, ਜ਼ਮੀਨ ਵਾਹੁਣੀ ਦਾ ਸੀ ਜ਼ਮੀਨ ਹੈ, ਜ਼ਮੀਨ ਤੁਹਾਨੂੰ ਨਹੀਂ ਅਸੀਂ ਦਿੰਦੇ, ਭਾਵੇਂ ਲੜ ਲਓ ਮਰ ਲਓ, ਅਮਰੀਕਾ ਦੀਆਂ ਲੈ ਆਓ ਤੋਹਫਾਂ, ਕੈਨੇਡਾ ਦੇ ਲੈ ਆਓ ਜਹਾਜ਼, ਜੋ ਮਰਜ਼ੀ ਕਰ ਲਓ, ਜ਼ਮੀਨ ਨਹੀਂ ਤੁਹਾਨੂੰ ਦਿੰਦੇ। ਪਰ ਮੈਂ ਕਹਿੰਦਾ ਜੇ ਕੋਈ ਆਮ ਕਿਸਾਨ ਹੁੰਦਾ ਤਾਂ 20,000 ਦੇ ਬਦਲੇ ਕੁੱਲ ਚੱਲ ਤੇ ਅਚੱਲ ਜਾਇਦਾਦ ਕੀ ਹੈ ਭਲਾ? ਚੱਲ ਜਾਇਦਾਦ ਮੇਰੀ ਗੱਡੀ ਇਹ ਵੀ ਕੁਰਕੇ ਇਸ ਵਕਤ ਕਾਗਜ਼ਾਂ ਵਿੱਚ, ਮੋਟਰਸਾਈਕਲ ਵੀ ਕੁਰਕੇ, ਅਚੱਲ ਦੇ ਵਿੱਚ ਮੇਰੀ ਵਾਸ਼ਿੰਗ ਮਸ਼ੀਨ ਵੀ ਕੁਰਕੇ, ਮੇਰਾ ਘਰ ਵੀ ਕੁਰਕੇ, ਮੇਰਾ ਸਿਲੰਡਰ ਵੀ ਕੁਰਕੇ, ਸਾਡੇ ਘਰ 'ਚ ਪਿਆ ਕੋਈ ਸੂਟਕੇਸ ਟਰੰਕ ਉਹ ਵੀ ਕੁਰਕੇ, ਤੇ ਸਾਰੀ ਦੀ ਸਾਰੀ ਜ਼ਮੀਨ ਕੁਰਕੇ 20,000 ਰੁਪਏ 'ਚ ਕਾਗਜ਼ਾਂ ਦੇ ਵਿੱਚ। ਇਹ ਕਹਾਣੀ ਚੱਲਣੀ ਸਾਡੇ ਸਾਰਿਆਂ ਦੇ ਨਾਲ। ਅੱਜ ਜਿਹੜੀ ਜਥੇਬੰਦੀਆਂ ਦੀ ਤਾਕਤ ਹੈ, ਆਪਾਂ ਪੂਰੇ ਪੰਜਾਬ 'ਚ ਕਿਤੇ ਜ਼ਮੀਨ ਦਾ ਇੱਕ ਮਰਲੇ ਦਾ ਕਬਜ਼ਾ ਨਾਲ ਬੈਂਕਾਂ ਨੂੰ ਲੈਣ ਦਿੱਤਾ? ਨਹੀਂ ਲੈਣ ਦਿੱਤਾ। ਸੋ ਜਿਹੜਾ ਆ ਸਾਰਾ ਕੁਝ ਚੱਲ ਰਿਹਾ, ਜਿਹੜਾ ਆ ਸਿੱਧੂ ਮੂਸੇਵਾਲੇ ਦਾ ਰੌਲਾ ਪੈ ਰਿਹਾ, ਮੈਂ ਉਦੋਂ ਵੀ ਇਹ ਚਿੱਬੇ ਜੇ ਮੂੰਹ ਵਾਲਾ ਕਹਿਣ ਨੂੰ ਜੀ ਨਹੀਂ ਕਰਦਾ ਕਿ ਉਹਦੀ ਮਾਂ ਵਾਸਤੇ ਤਾਂ ਉਹਦਾ ਪੁੱਤਰ ਹੈ ਨਾ, ਪਰ ਇਹ ਜਿਹੜਾ ਕਾਰਨ ਐਸੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਕਿਉਂ ਜਾ ਰਿਹਾ? ਪਹਿਲੋਂ ਇੱਕ ਸਾਜ਼ਿਸ਼ ਦੇ ਤਹਿਤ ਉਹਨੂੰ ਰਾਈਫਲ ਦਿੱਤੀ ਜਾਂਦੀ, ਉਹਦੇ ਤੋਂ ਫਾਇਰ ਕਰਾਇਆ ਜਾਂਦਾ, ਫਿਰ ਉਹਦਾ ਪਰਚਾ ਕੱਟਿਆ ਜਾਂਦਾ, ਫਿਰ ਪਰਚਾ ਕੱਟਣ ਤੋਂ ਬਾਅਦ ਜਿਹੜੇ ਫੁਕਰੇ ਨੇ, ਜਿਹੜੇ ਮਤਲਬ 57 ਹੋਈ ਤੋਂ ਵੀ ਟੱਟੀਆਂ ਲੱਗਦੀਆਂ ਨੇ ਵੀ ਉਹ ਕਿਸੇ ਦਵਾਈ ਨਾਲ ਹਟਦੀਆਂ ਹੀ ਨਹੀਂ ਗੀਆਂ, ਉਹ ਮਨ ਦਾ ਸ਼ੌਂਕ ਪੂਰਾ ਕਰਨ ਵਾਸਤੇ ਉਹਦੇ ਫੈਨ ਬਣ ਜਾਂਦੇ ਨੇ ਸਿੱਧੂ ਮੂਸੇਵਾਲੇ ਦੇ, ਉਹਦੇ ਗਾਣੇ ਸੁਣਦੇ ਨੇ, ਉਹਦੀ ਫੋਟੋ ਇੱਥੇ ਛਪਾ ਲੈਂਦੇ ਨੇ, ਇਹਦਾ ਬਕਵਾਸ ਕਰਦੇ ਨੇ। ਸੋ ਇਹ ਜੇ ਇਹ ਸਾਰਾ ਕੁਝ ਚੱਲਦਾ ਰਿਹਾ, ਇਹ ਉਹਨਾਂ ਦੇ ਸਿਰ ਤੇ ਹੋਇਆ, ਤਾਂ ਫਿਰ ਜ਼ਮੀਨਾਂ ਕੁਰਕ ਹੋਣਗੀਆਂ। ਸੋ ਲੋੜ ਇਹ ਵੀ ਸਾਰਾ ਕੁਝ ਆਪਣੇ ਸਿਰ ਤੇ ਲੈ ਲਓ, ਉਸ ਕਤਾਰ 'ਚ ਸ਼ਾਮਲ ਹੋਵੋ ਜਿੰਨਾ ਲੜਨਾ ਹੈ, ਜਿੰਨਾ ਇਸ ਜ਼ਮੀਨ ਨੂੰ ਬਚਾਉਣਾ। ਇਹ ਉਹ ਜ਼ਮੀਨ ਹੈ 47 ਦਾ ਜੇ ਲੱਗੇ ਆ ਨਾ, 47 ਦੇ ਵਿੱਚ ਅਸੀਂ 10 ਲੱਖ ਬੰਦਾ ਮਰਵਾਇਆ। ਜਿਹੜੀਆਂ ਧੀਆਂ ਭੈਣਾਂ ਨਾਲ ਬੇਪਤੀ ਹੋਈ ਉਹ ਸਾਡੀਆਂ ਹੀ ਸੀ, ਚਾਹੇ ਉਹ ਮੁਸਲਮਾਨਾਂ ਦੀਆਂ ਸੀ, ਚਾਹੇ ਸਿੱਖਾਂ ਦੀਆਂ ਸੀ, ਚਾਹੇ ਹਿੰਦੂਆਂ ਦੀਆਂ, ਕਿਸੇ ਦੀਆਂ ਵੀ ਸੀ, ਉਹ ਪੰਜਾਬੀਆਂ ਦੀਆਂ ਸੀ। ਜਿਹੜੇ ਸਾਲ ਦੇ ਬੱਚੇ ਮਾਰੇ ਉਹ ਪੰਜਾਬੀਆਂ ਦੇ ਸੀ।
ਸਾਰਾ ਕੁਝ ਅਸੀਂ ਹੰਡਾਇਆ ਇਸ ਜ਼ਮੀਨ ਵਾਸਤੇ, ਇਸ ਧਰਤੀ ਵਾਸਤੇ। ਸੋ ਅੱਜ ਹਾਲਤ ਹੈ ਵੀ ਖੁੱਸਣ ਦੇ ਕਿਨਾਰੇ ਜੇ। ਇਸ ਗੱਲ ਨੂੰ ਇਕੱਲੇ ਪੈਟਰੋਲ ਤੇ ਡੀਜ਼ਲ ਨਾਲ ਨਾ ਜੋੜੋ। ਆਉਣ ਵਾਲੇ ਜਿਹੜੇ ਆਰਡੀਨੈਂਸਾਂ ਬਾਰੇ ਗੁਰਮੀਤ ਨੇ ਤੁਹਾਨੂੰ ਦੱਸਤਾ ਹੈ, ਜੇ ਆਰਡੀਨੈਂਸ ਲਾਗੂ ਹੋ ਗਏ, ਇਹ ਜਿਹੜੀ ਸਰਕਾਰੀ ਖਰੀਦ ਖਤਮ ਹੋ ਜਾਣੀ ਜੇ, ਮੰਡੀ ਬੋਰਡ ਟੁੱਟ ਜਾਣਾ ਜੇ। ਆਹ ਜਿਹੜੀ ਸੜਕ ਮੰਡੀ ਬੋਰਡ ਨੇ ਬਣਾਈ ਇਹ ਵੀ ਨਹੀਂ ਜੇ ਬੰਨੀ, ਇਹਦੇ ਉੱਤੇ ਵੀ ਟੋਲ ਟੈਕਸ ਲੱਗਣਾ ਜੇ, ਮੰਨ ਲਓ। ਜੇ ਨਾ ਲੜੇ ਤਾਂ, ਜੇ ਨਾ ਲੜੇ ਤਾਂ ਜਿਹੜੀਆਂ ਆਹ ਸੜਕਾਂ ਨੇ, ਪਿੰਡੋਂ ਤੁਰੋਗੇ ਇਸ ਪੰਪ ਤੋਂ ਤੇਲ ਪਾਉਣ, ਖਰੇ ਪੰਪ ਵੀ ਉਦੋਂ ਹੋਵੇ ਕਿ ਨਾ ਹੋਵੇ, ਜੇ ਹੋਇਆ ਪੰਪ ਤੇ ਤੇਲ ਪਾਉਣ ਲਈ ਆਓਗੇ ਤੇ ਇੱਥੇ ਵੀ ਤੁਹਾਨੂੰ 60-70 ਰੁਪਏ ਟੈਕਸ ਦੇਣਾ ਪੈਣਾ ਜੀ। ਸੋ ਇੰਨੀਆਂ ਗੱਲਾਂ ਨਾਲ ਤੁਹਾਡੇ ਸਾਰਿਆਂ ਦਾ ਧੰਨਵਾਦ। ਅੱਜ ਜਿੰਨਾ ਆਪਾਂ ਲੋੜ ਸੀ ਆਪਾਂ ਸੰਘਰਸ਼ ਕੀਤਾ, ਕੱਲ ਨੂੰ ਮੇਟਾਂਗੇ। ਇਹਦੇ ਤੋਂ ਬਾਅਦ ਕੋਈ ਵੱਡਾ ਸੰਘਰਸ਼ ਜਿਹੜਾ ਉਲੀਕਾਂਗੇ, ਉਹ ਇਸ ਪੰਪ ਤੋਂ, ਇਸ ਪਿੰਡਾਂ ਤੋਂ ਬਾਹਰ ਜਾ ਕੇ ਲੜਿਆ ਜਾਏਗਾ। ਸੋ ਬੇਨਤੀ ਵੀ ਸਾਰੇ ਆਪਾਂ ਉਹਦੇ 'ਚ ਵੀ ਵੱਧ ਚੜ੍ਹ ਕੇ ਸ਼ਾਮਲ ਹੋਈਏ। ਇੰਨੀਆਂ ਗੱਲਾਂ ਨਾਲ ਤੁਹਾਡਾ ਧੰਨਵਾਦ ਜੀ। ਖੜੇ ਹੋ ਕੇ ਨਾਰੇ ਲਾਉਣੇ ਨੇ ਤੁਸੀਂ 5 ਮਿੰਟ ਨਾਰੇ ਤੁਸੀਂ ਲਾਈ ਜਾਣਾ। ਮੈਂ ਕਵਰੇਜ ਆਪੇ ਕਰਦਾ, ਸਾਰੇ ਫਿਰ ਉੱਠ ਕੇ ਬੋਲ ਵੀ 5 ਮਿੰਟ ਬਾਅਦ ਖੜੇ ਹੋ ਜਾਓ। ਆਇਓ ਬਜ਼ੁਰਗੋ, ਆਇਓ ਯਾਰ, ਆ ਸਾਰੇ ਆਇਓ ਛੱਡੇ ਵੀਡੀਓ ਇਹ ਮੈਂ ਕਿਹੜਾ ਸਾਰੇ ਲਵਾਓ। ਪਾਸੇ ਨੂੰ ਖਿਲਰੋ ਥੋੜੇ ਜੇ, ਪਾਸੇ ਨੂੰ ਖਿਲਿਆ ਜਾਓ, ਪਾਸੇ ਨੂੰ ਖਿਲਰੋ ਥੋੜੇ ਜੇ। ਉਹਨਾਂ ਦਾ ਟਾਈਮ ਹੈ ਦੂਜੇ ਆ ਕੀ ਪਿੱਛੇ ਹੋਣਾ ਥੋੜੇ ਜੇ ਵੀਰੇ। ਨਾਰੇ ਲਾਓ ਯਾਨੀ ਜੀ, ਨਾਰੇ ਨਹੀਂ ਹੈਗਾ ਨਾਰੇ ਬਾਈ ਕੋਈ ਸਿੰਘ ਗੱਲ ਸੁਣ। ਰੋਟੇਟ ਡਿਵਾਈਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਦੀ ਲੁੱਟ ਕਰਨ ਵਾਲੇ ਦੀਆਂ ਕੀ ਤੇਰਾ ਫੇਰੀ ਕਾਸਮੀ, ਲੋਕ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਾਂਝ ਸਭਾ ਦੀ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਡੀਜ਼ਲ ਪੈਟਰੋਲ ਦੀ ਲੁੱਟ ਕਰਨ ਵਾਲੀਆਂ ਕੰਪਨੀਆਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਵੱਧ ਰੇਟ ਵਸੂਲਣ ਵਾਲੀਆਂ ਕੰਪਨੀਆਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਲੋਕ ਏਕਤਾ ਜਿੰਦਾਬਾਦ ਜਿੰਦਾਬਾਦ। ਲੋਕ ਜਿੰਦਾਬਾਦ ਜਿੰਦਾਬਾਦ। ਲੋਕ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਡੀਜ਼ਲ ਪੈਟਰੋਲ ਰੇਟ ਵਧਾਉਣ ਵਾਲੀਆਂ ਕੰਪਨੀਆਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਵਾਲੀਆਂ ਕੰਪਨੀਆਂ ਮੁਰਦਾਬਾਦ ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਅਕਾਲੀ ਭਾਜਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕੋਲ ਹੈ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਇਹ ਦੀਆਂ ਕੀਮਤਾਂ ਵਾਪਸ ਲਓ ਵਾਪਸ ਲਓ। ਦੂਰ ਪੰਜਾਬ ਮੁਲਾਜ਼ਮ ਜਥੇਬੰਦੀਆਂ ਦੇ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਹੈ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕਿਸਾਨ ਦੁਸ਼ਮਣ ਆਰਡੀਨੈਂਸ ਵਾਪਸ ਲਓ ਵਾਪਸ ਲਓ ਵਾਪਸ ਲਓ। ਕਿਸਾਨਾਂ ਦੇ ਦੁਸ਼ਮਣ ਆਰਡੀਨੈਂਸ ਵਾਪਸ ਲਓ ਵਾਪਸ ਲਓ ਵਾਪਸ ਲਓ। ਕੇਂਦਰ ਦੀ ਭਾਈਵਾਲ ਅਕਾਲੀ ਦਲ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕੇਂਦਰ ਦਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨਾਂ ਦਾ ਦੁਸ਼ਮਣ ਸ਼੍ਰੋਮਣੀ ਅਕਾਲੀ ਦਲ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨਾਂ ਦੀ ਦੁਸ਼ਮਣ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨਾਂ ਦੇ ਖਿਲਾਫ ਆਰਡੀਨੈਂਸ ਲੈਣ ਵਾਲੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਤੇਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਓ ਵਾਪਸ ਲਓ ਵਾਪਸ ਲਓ। ਕਿਸਾਨਾਂ ਨੂੰ ਤੇਲ 22 ਰੁਪਏ ਲੀਟਰ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ। ਕਿਸਾਨਾਂ ਨੂੰ ਤੇਲ 22 ਰੁਪਏ ਲੀਟਰ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ। ਕਿਸਾਨਾਂ ਦੀਆਂ ਖਤਮ ਕੀਤੀਆਂ। ਗੁਰਪਿਆਰਿਓ, ਅੰਤतः ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਜੇਕਰ ਕਿਸਾਨ ਇਕਜੁੱਟ ਇਕਮੁੱਠ ਹੋ ਜਾਣ, ਜੇਕਰ ਇਹਨਾਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛੁਟਕਾਰਾ ਮਿਲ ਜਾਵੇ ਤਾਂ ਅੱਧੀਆਂ ਮੁਸ਼ਕਲਾਂ ਦਾ ਹੱਲ ਉਸੇ ਵੇਲੇ ਹੋ ਜਾਵੇ। ਇਸ ਲਈ ਜੇਕਰ ਤੁਸੀਂ ਵਾਕਈ ਹੀ ਆਪਣੀਆਂ ਜ਼ਮੀਨਾਂ ਬਚਾਉਣਾ ਚਾਹੁੰਦੇ ਹੋ, ਪੰਜਾਬ ਦੀ ਨੁਹਾਰ ਬਦਲਣਾ ਚਾਹੁੰਦੇ ਹੋ, ਤਾਂ ਇੱਕ ਚੀਜ਼ ਯਾਦ ਰੱਖਣਾ ਕਿ ਆਗਾਮੀ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਭਾਜਪਾ ਤੇ ਕਾਂਗਰਸ ਇਹਨਾਂ ਰਵਾਇਤੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਕਿਸੇ ਵੀ ਤੀਜੀ ਚੰਗੀ ਸਾਫ਼ ਸੁਥਰੀ ਧਿਰ ਨੂੰ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਕਰਾਉਣਾ, ਤਾਂ ਜੋ ਇਹ ਗੰਦਲੀ ਹੋਈ ਸਿਆਸਤ ਸਾਫ਼ ਕੀਤੀ ਜਾ ਸਕੇ ਤੇ ਪੰਜਾਬ ਦੀ ਨੁਹਾਰ
ਬਦਲੀ ਜਾ ਸਕੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।